ਗੁਰ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਸ੍ਰੀ ਹਰਿਗੋਬਿੰਦ ਸਭ ਸਮਤ ਪ੍ਰਕਾਸ਼ਕ, ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ, ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਕਰੋ ਧਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਇ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਇ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਖੋ ਤੁਮ ਕਥਾ ਸਦਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਖੋ ਤੁਮ ਕਥਾ ਸਦਾਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸੁਨ ਸਤਿਗੁਰ ਕੇ ਵਾਕ ਵਰ, ਕਿਰਪਾ ਸਨੇ ਰਸ ਸਾਥ। ਨਮੋ ਕਰੀ ਤਿਹ ਸਮੋ ਉਠ, ਚੱਲਿਓ ਨਿਕਟ ਗਿਰਨਾਥ। ਸੁਨ ਸਤਿਗੁਰ ਕੇ ਵਾਕ ਵਰ, ਕਿਰਪਾ ਸਨੇ ਰਸ ਸਾਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਅਕਾਲ ਪੁਰਖ ਅੰਤਰਜਾਮੀ, ਲੋਕ ਪਰਲੋਕ ਦੇ ਰੱਖਿਅਕ, ਸਦਾ ਸਹਾਈ ਸਦ ਬਖਸ਼ਿੰਦ ਸਦਾ ਮਿਹਰਬਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਮਿਹਰ ਰਹਿਮਤ ਦਇਆ ਸਦਕਾ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਗੁਰ ਇਤਿਹਾਸ ਨੂੰ ਰੋਜ਼ਾਨਾ ਸਰਵਣ ਕਰਦੇ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਿਸ ਵੇਲੇ ਪੌਂਟਾ ਸਾਹਿਬ ਤੋਂ ਭੰਗਾਣੀ ਦਾ ਜੰਗ ਜਿੱਤ ਕੇ, ਯੁੱਧ ਜਿੱਤ ਕੇ ਸ੍ਰੀ ਅਨੰਦਪੁਰ ਸਾਹਿਬ ਆਏ ਹਨ, ਸੋ ਉਸ ਵੇਲੇ ਤੋਂ ਬੇਅੰਤ ਸਿੱਖ ਸੰਗਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਦਰਸ਼ਨ ਕਰਨ ਵਾਸਤੇ ਭੋਗ ਤੇ ਮੋਖ ਦੀਆਂ ਦਾਤਾਂ ਪ੍ਰਾਪਤ ਕਰ ਰਹੀਆਂ ਹਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਮੂਹ ਸੰਗਤਾਂ ਨੂੰ ਲੋਕ ਪਰਲੋਕ ਸਵਾਰਨ ਦੀਆਂ ਬਖਸ਼ਿਸ਼ਾਂ ਕਰਕੇ ਨਿਹਾਲ ਨਿਹਾਲ ਕਰ ਰਹੀਆਂ। ਬੇਅੰਤ ਸਿੱਖ ਸੰਗਤਾਂ ਗੁਰੂ ਮਹਾਰਾਜ ਸਾਹਿਬ ਜੀ ਨੂੰ ਧਨ ਆਦਿਕ ਭੇਟਾ ਕਰਦੀਆਂ। ਬੇਅੰਤ ਸਿੱਖ ਸੰਗਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਵਸਤਰਾਂ ਤੇ ਸ਼ਸਤਰਾਂ ਦੀਆਂ ਭੇਟਾਵਾਂ ਅਰਪਣ ਕਰਦੀਆਂ ਹਨ।
ਸੁੰਦਰ ਘੋੜੇ ਅਰਪਣ ਕਰਦੀਆਂ ਹਨ। ਔਰ ਗੁਰੂ ਮਹਾਰਾਜ ਸਾਹਿਬ ਜੀ ਦੇ ਹਜ਼ੂਰ ਬੇਅੰਤ ਸਿੱਖ ਸਤਿਗੁਰੂ ਜੀ ਦੀ ਫੌਜ ਦੇ ਵਿੱਚ ਸੂਰਬੀਰਤਾ ਲਈ, ਗੁਰੂ ਮਹਾਰਾਜ ਸਾਹਿਬ ਜੀ ਦੀਆਂ ਖੁਸ਼ੀਆਂ ਲੈਣ ਲਈ ਮੈਦਾਨੇ ਜੰਗ ਵਿੱਚ, ਯੁੱਧ ਵਿੱਚ ਜੂਝਣ ਵਾਸਤੇ ਗੁਰੂ ਹਜ਼ੂਰ ਭਰਤੀ ਹੋ ਰਹੇ ਹਨ। ਗੁਰੂ ਮਹਾਰਾਜ ਸਾਹਿਬ ਜੀ ਦਾ ਦੂਰ ਦੂਰ ਤੱਕ ਪ੍ਰਤਾਪ ਵੱਧ ਰਿਹਾ ਹੈ, ਜਸ ਵੱਧ ਰਿਹਾ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਰੇ ਔਰ ਪਹਾੜੀ ਰਾਜਿਆਂ ਨੂੰ ਹਾਰਨ ਦੇ ਬਾਰੇ, ਗੁਰੂ ਸਾਹਿਬ ਜੀ ਦੀ ਜਿੱਤ ਦੀ ਬਾਬਤ ਦੂਰ ਦੂਰ ਤੱਕ ਪਤਾ ਲੱਗ ਗਿਆ। ਬੇਅੰਤ ਪਹਾੜੀ ਰਾਜਿਆਂ ਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਤਾਕਤ ਦਾ ਡਰ ਪੈ ਗਿਆ। ਭੀਮ ਚੰਦ ਰਾਜਾ ਜਿਹਦਾ ਹੁਣ ਕੋਈ ਵਾਰ ਨਹੀਂ ਚੱਲਦਾ, ਵਸ ਨਹੀਂ ਚੱਲਦਾ, ਸਤਿਗੁਰੂ ਸਾਹਿਬ ਜੀ ਤੋਂ ਡਰਦਾ ਮਾਰਾ ਹਾਰ ਵੀ ਖਾ ਲਈ ਹੈ। ਮਨ ਵਿੱਚ ਪਛਤਾਵਾ ਵੀ ਬਹੁਤ ਹੈ, ਕਿਵੇਂ ਹੋਵੇ ਗੁਰੂ ਮਹਾਰਾਜ ਸਾਹਿਬ ਜੀ ਦੇ ਨਾਲ ਮੇਲ ਕਿਵੇਂ ਕੀਤਾ ਜਾਵੇ। ਹੁਣ ਨੇੜੇ ਹੀ ਸਤਿਗੁਰੂ ਸਾਹਿਬ ਜੀ ਦੇ ਵਸ ਰਿਹਾ ਹੈ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ। ਸਤਿਗੁਰੂ ਕੀ ਫੌਜ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ। ਸੋ ਇਸ ਕਰਕੇ ਮਨ ਵਿੱਚ ਬੜਾ ਹੀ ਪਛਤਾਵਾ ਹੋ ਰਿਹਾ ਕਿ ਮੈਂ ਸਤਿਗੁਰੂ ਜੀ ਦੇ ਨਾਲ ਵੈਰ ਕਰਕੇ ਕੁਝ ਵੀ ਨਹੀਂ ਖੱਟਿਆ। ਮੈਦਾਨੇ ਜੰਗ ਵਿੱਚ ਹਾਰ ਵੀ ਖਾ ਲਈ। ਬੜੀ ਵੱਡੀ ਸ਼ਰਮਿੰਦਗੀ ਵਾਲੀ ਗੱਲ ਹੈ, ਬੜੀ ਵੱਡੀ ਬੇਇੱਜ਼ਤੀ ਵਾਲੀ ਗੱਲ ਹੈ ਕਿ ਮੈਂ ਐਡਾ ਵੱਡਾ ਰਾਜਾ ਹੋਣ ਦੇ ਨਾਤੇ ਮੇਰੇ ਕੋਲ ਐਡੀ ਵੱਡੀ ਫੌਜ ਹੈ, ਸਾਰੇ ਪਹਾੜੀ ਰਾਜੇ ਮੇਰੇ ਨਾਲ ਸਨ। ਇਤਨੀ ਫੌਜ ਹੁੰਦਿਆਂ ਹੋਇਆਂ ਫਿਰ ਫਤਿਹ ਸ਼ਾਹ ਨੂੰ ਰਾਜੇ ਸ਼੍ਰੀਨਗਰ ਦੇ ਨੂੰ ਪ੍ਰੇਰ ਕੇ ਗੁਰੂ ਮਹਾਰਾਜ ਸਾਹਿਬ ਜੀ ਦੇ ਨਾਲ ਲੜਾਇਆ ਵੀ। ਇਤਨੀ ਫੌਜ ਹੁੰਦਿਆਂ ਹੋਇਆਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਹਾਰ ਸਹਿਣੀ ਪੈ ਗਈ, ਹਾਰਨਾ ਪੈ ਗਿਆ। ਗੁਰੂ ਸਾਹਿਬ ਜੀ ਦੀ ਜਿੱਤ ਹੋ ਗਈ। ਐਸਾ ਸੋਚ ਸੋਚ ਕੇ ਬੜਾ ਹੀ ਮਨ ਵਿੱਚ ਪਛਤਾਉਂਦਾ ਹੈ। ਅਖੀਰ ਨੂੰ ਦੇਵੀ ਦਿਆਲ ਜਿਹੜਾ ਇਹਦਾ ਵਜ਼ੀਰ ਹੈ, ਉਹਦੇ ਨਾਲ ਇਹਨੇ ਗੱਲਬਾਤ ਕੀਤੀ ਕਿ ਕਿਵੇਂ ਕੀਤਾ ਜਾਵੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ। ਉਹਨੇ ਸਮਝਾਇਆ, ਗੁਰੂ ਸਤਬਖਸ਼ਿੰਦ ਹਨ, ਸਦਾ ਬਖਸ਼ਣ ਵਾਲੇ ਹਨ। ਗੁਰੂ ਨਾਨਕ ਦਾ ਦਰ ਘਰ ਐਸਾ ਹੈ, ਕੋਈ ਵੀ ਸਿਰ ਨੀਵਾਂ ਕਰਕੇ ਸਤਿਗੁਰੂ ਜੀ ਦੇ ਹਜ਼ੂਰ ਚਲਿਆ ਜਾਵੇ, ਦਰ ਆਏ ਦੀ ਲਾਜ ਰੱਖਦੇ, ਬਖਸ਼ ਦਿੰਦੇ ਹਨ। ਤੂੰ ਆਪਣਾ ਕਪਟ, ਛਲ, ਝੂਠ ਤਿਆਗ ਕੇ ਸਤਿਗੁਰੂ ਜੀ ਦੇ ਹਜ਼ੂਰ ਪਹੁੰਚ, ਸਤਿਗੁਰੂ ਤੈਨੂੰ ਬਖਸ਼ ਦੇਣਗੇ। ਮੇਲ ਮਿਲਾਪ ਵਰਗਾ ਸੁੱਖ ਕੋਈ ਨਹੀਂ। ਜੇ ਪ੍ਰੇਮ ਦੇ ਨਾਲ, ਨਿਮਰਤਾ ਦੇ ਨਾਲ ਗੁਰੂ ਮਹਾਰਾਜ ਸਾਹਿਬ ਜੀ ਦੇ ਨਾਲ ਸਾਡਾ ਮੇਲ ਬਣ ਜਾਵੇ, ਗੁਰੂ ਮਹਾਰਾਜ ਸਾਹਿਬ ਜੀ ਦੇ ਨਾਲ ਸਾਡਾ ਜੋੜ ਬਣ ਜਾਵੇ, ਅਸੀਂ ਰਹਿਣਾ ਤਾਂ ਇੱਕ ਰਿਆਸਤ ਵਿੱਚ ਹੈ। ਸਤਿਗੁਰੂ ਬੇਅੰਤ ਤਾਕਤ ਦੇ ਮਾਲਕ ਹਨ, ਸਤਿਗੁਰੂ ਰੱਬੀ ਤਾਕਤ ਦੇ ਮਾਲਕ ਹਨ। ਉਹਨਾਂ ਦੇ ਹੱਥ ਵੱਸ ਸਭ ਕੁਝ ਹੈ। ਉਹ ਜਦੋਂ ਮਰਜ਼ੀ ਕੋਈ ਜੰਗ ਜਿੱਤ ਸਕਦੇ, ਕਿਸੇ ਨੂੰ ਵੀ ਬਲ ਬਖਸ਼ ਸਕਦੇ ਹਨ। ਐਸਾ ਜਦੋਂ ਵਜ਼ੀਰ ਨੇ ਇਹ ਭੀਮ ਚੰਦ ਰਾਜੇ ਨੂੰ ਕਿਹਾ ਤਾਂ ਇਹਨੇ ਆਪਣੇ ਵਜ਼ੀਰ ਭੀਮ ਚੰਦ ਨੂੰ ਗੁਰੂ ਸਾਹਿਬ ਜੀ ਦੇ ਹਜ਼ੂਰ, ਭੀਮ ਚੰਦ ਨੇ ਆਪਣੇ ਵਜ਼ੀਰ ਦੇਵੀ ਦਿਆਲ ਨੂੰ ਗੁਰੂ ਸਾਹਿਬ ਜੀ ਦੇ ਹਜ਼ੂਰ ਭੇਜਿਆ। ਉਹਨੇ ਆ ਕੇ ਮਹਾਰਾਜ ਸਾਹਿਬ ਜੀ ਦੇ ਹਜ਼ੂਰ ਬੇਨਤੀ ਕੀਤੀ, ਸਤਿਗੁਰੂ ਜੀ ਨੂੰ ਸਾਰੀ ਵਾਰਤਾ ਸੁਣਾਈ। ਮਹਾਰਾਜ ਕਹਿਣ ਲੱਗੇ, ਦੇਖ ਭਾਈ, ਉਹਨੇ ਛਲ ਕਪਟ ਕਰਕੇ ਸਾਡੇ ਨਾਲ ਫਰੇਬ ਕੀਤਾ ਹੈ। ਅਸੀਂ ਤਾਂ ਕੁਝ ਨਹੀਂ ਕਿਹਾ, ਅਸੀਂ ਤਾਂ ਉਹਦਾ ਕੁਝ ਵਿਗਾੜਿਆ ਵੀ ਨਹੀਂ ਤੇ ਨਾ ਹੀ ਅਸੀਂ ਵਿਗਾੜਨਾ ਚਾਹੁੰਦੇ ਹਾਂ। ਗੁਰੂ ਨਾਨਕ ਦੇ ਘਰ ਵਿੱਚ ਸਦਾ ਖੁਸ਼ੀਆਂ ਹਨ, ਵੈਰ ਨਹੀਂ ਹੈ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨ ਆਈ। ਮਹਾਰਾਜ ਕਹਿੰਦੇ ਇਹ ਤਾਂ ਗੁਰੂ ਨਾਨਕ ਸਾਹਿਬ ਦਾ ਦਰ ਹੈ। ਇੱਥੇ ਤਾਂ ਉਪਦੇਸ਼ ਚੌਂ ਵਰਨਾਂ ਕੋਲ ਸਾਂਝਾ, ਇੱਥੇ ਸਭ ਨੂੰ ਉਪਦੇਸ਼ ਦਿੱਤਾ ਜਾਂਦਾ ਹੈ। ਗੁਰੂ ਨਾਨਕ ਦੇ ਘਰ ਵਿੱਚ ਆਏ ਹਰੇਕ ਦੀ ਲਾਜ ਪੱਤ ਰੱਖੀ ਜਾਂਦੀ, ਪਰਦਾ ਰੱਖਿਆ ਜਾਂਦਾ। ਜੇ ਕੋਈ ਚੜ੍ਹ ਕੇ ਆਵੇ, ਜੋ ਇੱਥੋਂ ਆ ਕੇ ਮੰਗਦਾ ਉਹਨੂੰ ਉਹੀ ਪ੍ਰਾਪਤ ਹੁੰਦਾ। ਜੇ ਕੋਈ ਪ੍ਰੇਮ ਮੰਗਦਾ ਤਾਂ ਉਹਦੀ ਝੋਲੀ ਵਿੱਚ ਪ੍ਰੇਮ ਪੈ ਜਾਂਦਾ ਹੈ। ਜੇ ਕੋਈ ਇੱਥੋਂ ਆ ਕੇ ਨਫ਼ਰਤ ਮੰਗਦਾ ਹੈ ਤਾਂ ਉਹਦੇ ਨਫ਼ਰਤ ਝੋਲੀ ਵਿੱਚ ਪੈ ਜਾਂਦੀ। ਇੱਥੇ ਤਾਂ ਜੋ ਮੰਗੇਗਾ ਉਹੀ ਉਹਦੀ ਝੋਲੀ ਵਿੱਚ ਪੈ ਜਾਵੇਗਾ, ਉਹੀ ਪ੍ਰਾਪਤ ਹੋਵੇਗਾ। ਭੀਮ ਚੰਦ ਨੇ ਕਪਟ, ਛਲ,
ਝੂਠ ਫਰੇਬ ਕੀਤਾ ਤੇ ਵੈਰ ਕੀਤਾ ਗੁਰੂ ਨਾਨਕ ਸਾਹਿਬ ਜੀ ਦੇ ਦਰ ਨਾਲ, ਤਾਂ ਉਹਦਾ ਉਹ ਫਲ ਪ੍ਰਾਪਤ ਹੋ ਗਿਆ ਹੈ। ਮਹਾਰਾਜ ਕਹਿੰਦੇ ਜਾਓ ਉਹਨੂੰ ਜਾ ਕੇ ਕਹੋ ਕਿ ਹੰਕਾਰ ਹਮੇਸ਼ਾ ਟੁੱਟ ਜਾਂਦਾ, ਤੇ ਹੰਕਾਰ ਦਾ ਟੁੱਟਿਆ ਹੋਇਆ ਜੇ ਆ ਕੇ ਡਿੱਗ ਪਵੇ ਉਹਨੂੰ ਬਖਸ਼ਿਆ ਜਾਂਦਾ ਹੈ। ਉਹ ਆਪਣਾ ਛਲ ਕਪਟ ਤਿਆਗ ਕੇ ਇਸ ਦਰ ਤੇ ਆ ਕੇ ਨੀਵਾਂ ਹੋ ਕੇ ਆ ਜਾਵੇ ਤਾਂ ਅਸੀਂ ਬਖਸ਼ ਦੇਵਾਂਗੇ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਅਸੀਂ ਕਿਹੜਾ ਉਹਦੇ ਕੋਲੇ ਕੋਈ ਕਿਲਾ ਖੋਇਆ ਹੋਇਆ, ਅਸੀਂ ਕਿਹੜਾ ਉਹਦਾ ਕੁਝ ਲੁੱਟਿਆ ਜਾਂ ਕੋਈ ਪਿੰਡ ਲੁੱਟ ਲਿਆ, ਕੋਈ ਉਹਦਾ ਜਾਂ ਕੁਝ ਵਿਗਾੜ ਦਿੱਤਾ, ਜਾਂ ਕੋਈ ਰਾਹ ਰੋਕ ਲਿਆ, ਪਰਜਾ ਤੰਗ ਹੋ ਰਹੀ ਹੈ, ਕੋਈ ਪੱਕੀ ਖੇਤੀ ਜਿਹੜੀ ਖੜੀ ਰਹਿੰਦੀ ਸੀ ਉਹਨੂੰ ਖਾ ਲਿਆ, ਸਭ ਕੁਝ ਵਸ ਰਿਹਾ ਹੈ। ਜਿਹੜਾ ਇੰਨਾ ਉਹਨੇ ਦੁੱਖ ਮਨਾਇਆ ਉਹ ਨਿਮਰ ਵਿੱਚ ਭਾਵ ਵਿੱਚ ਆ ਜਾਵੇ ਤੇ ਦੀਨ ਬਣ ਕੇ ਇੱਥੇ ਆ ਜਾਵੇ ਤਾਂ ਉਹਨੂੰ ਬਖਸ਼ ਦੇਵਾਂਗੇ। ਤਾਂ ਮਹਾਰਾਜ ਕਹਿਣ ਲੱਗੇ, ਗੁਰੂ ਪੌਰ ਤੇ ਨਿਮਰ ਬਨ ਲੇਤ ਸਰਬ ਕੁਛ ਪਾਏ, ਕਿ ਜਿਹੜਾ ਨਿਮਰ ਭਾਵ ਵਿੱਚ ਆ ਕੇ ਨਿਮਰ ਬਣ ਕੇ ਆ ਜਾਵੇ ਉਹਨੂੰ ਸਭ ਕੁਝ ਪ੍ਰਾਪਤ ਹੋ ਜਾਂਦਾ। ਹੰਕਾਰੀ ਟੁੱਟਾ ਗਿਰਪਤ ਸੋ ਜਾਏ। ਮਹਾਰਾਜ ਕਹਿੰਦੇ ਇਹ ਪਹਾੜੀ ਰਾਜੇ ਨੂੰ ਜਾ ਕੇ ਕਹੋ, ਹੰਕਾਰੀ ਜਿਹੜੇ ਹੁੰਦੇ ਉਹ ਟੁੱਟ ਕੇ ਡਿੱਗ ਪੈਂਦੇ ਆ। ਜਿਹੜਾ ਨੀਵਾਂ ਹੋ ਜਾਂਦਾ ਉਹਦੇ ਉੱਤੋਂ ਦੀ ਚਾਹੇ ਕੈਸਾ ਵੀ ਦੁੱਖ ਆਵੇ ਲੰਘ ਜਾਂਦਾ, ਪਰ ਉਹ ਨੀਵਾਂ ਹੁੰਦਾ ਦੁੱਖ ਲੰਘ ਜਾਵੇ ਉਹ ਖੜਾ ਹੋ ਜਾਂਦਾ ਦੁਬਾਰੇ ਤੇ। ਜਿਹੜਾ ਆਕੜ ਜਾਂਦਾ ਉਹ ਟੁੱਟ ਕੇ ਡਿੱਗ ਪੈਂਦਾ ਹੈ। ਸੋ ਮਹਾਰਾਜ ਕਹਿਣ ਲੱਗੇ, ਹੰਕਾਰ ਹਮੇਸ਼ਾ ਤੋੜਦਾ ਹੈ, ਜੋੜਦਾ ਨਹੀਂ। ਇਸ ਕਰਕੇ ਨਿਮਰਤਾ, ਭਾਵਨਾ, ਸ਼ਰਧਾ, ਪ੍ਰੇਮ ਇਹ ਜੋੜਦਾ ਹੈ। ਐਸਾ ਜਦੋਂ ਉਹ ਵਜ਼ੀਰ ਨੂੰ ਸਾਰਾ ਸਮਝਾਇਆ, ਉਹ ਰਾਜੇ ਕੋਲੇ ਜਾ ਕੇ ਵਾਪਸ ਉਹਨੇ ਭੀਮ ਚੰਦ ਨੂੰ ਸਾਰੀ ਸਤਿਗੁਰੂ ਜੀ ਦੀ ਵਾਰਤਾ ਦੱਸੀ ਤੇ ਕਿਹਾ, ਚਲੋ ਛੇਤੀ ਜਾ ਕੇ ਗੁਰੂ ਦਰ ਤੇ ਨੀਵੇਂ ਹੋ, ਛਲ ਕਪਟ ਝੂਠ ਫਰੇਬ ਛੱਡ ਕੇ ਗੁਰੂ ਬਖਸ਼ਿੰਦ ਹਨ, ਤੈਨੂੰ ਬਖਸ਼ ਦੇਣਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੋਲ ਭੀਮ ਚੰਦ ਨੇ ਆਉਣਾ। ਆਓ ਮਨ ਬਿਰਤੀਆਂ ਕਾਗਰ ਕਰਕੇ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸੁਨ ਸਤਿਗੁਰ ਕੇ ਬਾਕਵਰ, ਕਿਰਪਾ ਸਨੇ ਰਸ ਸਾਥ। ਤੋ ਜਿਹੜਾ ਵਜ਼ੀਰ ਸਤਿਗੁਰੂ ਜੀ ਦੇ ਹਜ਼ੂਰ ਆਇਆ ਭੀਮ ਚੰਦ ਦਾ, ਉਹਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਕਿਰਪਾ ਰਸ ਦੇ ਨਾਲ ਰੰਗੇ ਹੋਏ ਬਚਨ ਸੁਣੇ ਹਨ। ਨਮੋ ਕਰੀ ਤੇ ਸਮੋ ਉਠ, ਚੱਲਿਓ ਨਿਕਟ ਗਿਰਨਾਥ। ਗੁਰੂ ਮਹਾਰਾਜ ਸਾਹਿਬ ਜੀ ਨੂੰ ਨਮਸਕਾਰ ਕੀਤੀ ਉਸ ਵੇਲੇ ਤੇ ਚੱਲ ਕੇ ਭੀਮ ਚੰਦ ਰਾਜੇ ਦੇ ਮਹਿਲਾਂ ਵੱਲ ਨੂੰ ਰਵਾਨਾ ਹੋ ਗਿਆ ਹੈ। ਕਬੈਤ ਬਾਜ ਪੈ ਅਰੂੜ ਕਰ ਜਾਨਗਤ ਗੂੜ ਔਰ, ਘੋੜੇ ਤੇ ਸਵਾਰ ਹੋ ਕੇ ਜਾਣ ਵਾਸਤੇ ਪੱਕਾ ਮਨ ਬਣਾ ਲਿਆ। ਗੁਰੂ ਗੁਣ ਰੂੜ ਕੋ ਵਿਚਾਰਤ ਸਿਧਾਰਿਓ ਹੈ। ਗੁਰੂ ਮਹਾਰਾਜ ਸਾਹਿਬ ਜੀ ਦੇ ਮਨੋਹਰ ਗੁਣਾਂ ਨੂੰ ਵਿਚਾਰਦਾ ਗਿਆ। ਰਸਤੇ ਦੇ ਵਿੱਚ ਵਜ਼ੀਰ ਤਾਤ ਕਾਲ ਗਇਓ ਭੀਮ ਚੰਦ ਕੋ ਮਿਲਤ ਭਇਓ, ਤੁਰਤ ਜਾ ਕੇ ਰਾਜੇ ਭੀਮ ਚੰਦ ਨੂੰ ਮਿਲ ਪਿਆ ਹੈ। ਜੇਤੇ ਕਾ ਪ੍ਰਸੰਗ ਥਿਓ ਸਕਲ ਉਚਾਰਿਓ ਹੈ। ਜਿੰਨਾ ਪ੍ਰਸੰਗ ਗੁਰੂ ਸਾਹਿਬ ਜੀ ਦੇ ਹਜ਼ੂਰ ਵਜ਼ੀਰ ਦੇ ਨਾਲ ਗੁਰੂ ਮਹਾਰਾਜ ਸਾਹਿਬ ਜੀ ਦਾ ਹੋਇਆ, ਜਾ ਕੇ ਉਹ ਸਾਰੇ ਦਾ ਸਾਰਾ ਭੀਮ ਚੰਦ ਰਾਜੇ ਨੂੰ ਸੁਣਾ ਦਿੱਤਾ। ਅਬ ਹੈ ਕਿਰਪਾਲ ਨਹਿ ਬਕਰਤਾ ਕੋ ਖਿਆਲ। ਕਹਿਣ ਲੱਗੇ, ਹੁਣ ਗੁਰੂ ਮਹਾਰਾਜ ਸਾਹਿਬ ਜੀ ਕਿਰਪਾਲੂ ਹੋਏ ਹਨ, ਇਸ ਕਰਕੇ ਆਪਣੇ ਅੰਦਰ ਇਹ ਰਾਜਨ ਤੇਰੇ ਅੰਦਰ, ਤੇਰੇ ਦਿਲ ਵਿੱਚ ਜਿਹੜੀ ਕਿਸੇ ਪ੍ਰਕਾਰ ਦੀ ਵੀ ਖੋਟ ਹੈ ਨਾ, ਕੁਛ ਚਾਲੀਏ ਉਤਾਲ। ਕਹਿਣ ਲੱਗੇ ਉਹ ਖੋਟ ਨੂੰ ਤਿਆਗ ਕੇ ਵਿਚਾਰ ਨੂੰ ਛੱਡ ਦੇਵੋ, ਉਹਨੂੰ ਨਾਲ ਨਾ ਲੈ ਕੇ ਚੱਲੋ। ਆਪਣਾ ਅੰਦਰ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕਰ ਲਵੋ। ਕੁਛ ਚਾਲੀਏ ਉਤਾਲ ਸਭ ਕਾਰਜ ਸੁਧਾਰਿਓ ਹੈ। ਕਹਿਣ ਲੱਗੇ ਹੁਣ ਛੇਤੀ ਨਾਲ ਚੱਲੋ, ਮੈਂ ਸਾਰਾ ਕਾਰਜ ਸੁਧਾਰ ਕੇ ਆਇਆ। ਭਾਵ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਮੈਂ ਮਨਾ ਲਿਆ ਹੈ ਤੈਨੂੰ ਬਖਸ਼ਣ ਵਾਸਤੇ। ਆਨੰਦ ਬਿਲੰਦ ਹੋਏ ਰਹਿਓ ਹੈ ਆਨੰਦਪੁਰ। ਵੱਡੇ ਆਨੰਦ ਦੇ ਸ਼ਹਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਨੰਦਪੁਰ ਸਾਹਿਬ ਰਹਿ ਰਹੇ ਹਨ। ਜਿਤ ਕਿਤ ਵੀਰ ਬ੍ਰਿੰਦ ਦਲ ਕੇ ਨਿਹਾਰਿਓ ਹੈ। ਆਨੰਦਪੁਰ ਜਿੱਥੇ ਕਿੱਥੇ ਸੈਨਾ ਸਾਰੇ ਪਾਸੇ ਦਿਸ ਰਹੀ ਹੈ। ਸਾਰੇ ਪਾਸੇ ਸੂਰਬੀਰ ਸ਼ਸਤਰ ਧਾਰੀ ਯੋਧੇ, ਵੱਡੇ ਵੱਡੇ ਡੋਲ ਸਰੀਰ ਹੈ ਸਡੋਲ ਜਿਨ੍ਹਾਂ ਦੇ, ਤੇ ਜਿਨ੍ਹਾਂ ਦੇ ਚਿਹਰਿਆਂ ਦੇ ਉੱਪਰ ਸਤਿਗੁਰੂ ਜੀ ਦੀ ਕਿਰਪਾ ਚਮਕ ਰਹੀ ਹੈ। ਸੋ ਐਸੇ ਨੂਰਾਨੀ ਚਿਹਰਿਆਂ ਵਾਲੇ ਸੂਰਬੀਰ ਯੋਧੇ
ਸਤਿਗੁਰੂ ਜੀ ਦੇ ਹਜੂਰ ਵੇਖੇ ਹਨ। ਤੀਜਾ ਨਿਜ ਮੇਲ ਗਨ ਵੀਰੇ ਨ ਸਕੇਲ ਕਰ। ਕੁਝ ਸੂਰਬੀਰਾਂ ਨੂੰ ਇਕੱਠੇ ਕਰਕੇ ਹੁਣ ਛੇਤੀ ਨਾਲ ਜਾ ਕੇ ਗੁਰੂ ਮਹਾਰਾਜ ਸਾਹਿਬ ਜੀ ਦੇ ਨਾਲ ਮੇਲ ਕਰ ਲਵੋ। ਗੁਰੂ ਹਰਿ ਖਾਏ ਕਾ ਹਰਖ ਨਿਜ ਧਾਰੀਏ। ਗੁਰੂ ਮਹਾਰਾਜ ਸਾਹਿਬ ਜੀ ਨੂੰ ਪ੍ਰਸੰਨ ਕਰਕੇ ਆਪਣੀ ਪ੍ਰਸੰਨਤਾ ਪ੍ਰਾਪਤ ਕਰੋ। ਗੁਰੂ ਮਹਾਰਾਜ ਸਾਹਿਬ ਜੀ ਕੋਲੋਂ ਮਿਹਰ ਦੀ ਦ੍ਰਿਸ਼ਟੀ ਕਰਵਾ ਲਵੋ। ਗੁਰੂ ਸਾਹਿਬ ਜੀ ਕੋਲੋਂ ਜਾ ਕੇ ਆਪਣੇ ਆਪ ਨੂੰ ਬਖਸ਼ਾ ਲਵੋ। ਕਰਾਮਾਤ ਸਾਹਿਬ ਸੁਜਾਨ ਕੋ ਸੁਜਾਨ ਮਨ। ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਆਪਣੇ ਮਨ ਵਿੱਚ ਕਰਾਮਾਤ ਦਾ ਸਾਹਿਬ ਜਾਣੋ। ਬੰਦਨਾ ਚਰਨ ਕਰ ਬਿਨਤ ਉਚਾਰੀਏ। ਉਹਨਾਂ ਦੇ ਚਰਨਾਂ ਤੇ ਜਾ ਕੇ ਬੰਦਨਾ ਕਰਕੇ ਬੇਨਤੀ ਕਰੋ, ਬੇਨਤੀ ਉਚਾਰਨ ਕਰੋ। ਜਿਹੜਾ ਹਿਰਦੇ ਵਿੱਚ ਘਮੰਡ ਹੈ ਰਾਜ ਦਾ, ਫੌਜਾਂ ਦਾ, ਧਨ ਦਾ, ਤਾਕਤ ਦਾ, ਆਪਣੀ ਸਿਆਣਪ ਦਾ, ਇਹਨੂੰ ਛੱਡ ਦੇਵੋ। ਗੁਰੂ ਮਹਾਰਾਜ ਸਾਹਿਬ ਜੀ ਦੇ ਹਜ਼ੂਰ ਜਾ ਕੇ ਬੇਨਤੀ ਕਰੋ। ਗੁਰੂ ਮਹਾਰਾਜ ਸਾਹਿਬ ਜੀ ਦੇ ਹਜ਼ੂਰ ਜਾ ਕੇ ਅੰਦਰ ਸਾਫ਼ ਕਰਕੇ ਗੁਰੂ ਦੀ ਹਜ਼ੂਰੀ ਜਾਣਾ ਹੈ। ਜੇ ਆਪਣੇ ਆਪ ਨੂੰ ਬਖਸ਼ਾਉਣਾ ਹੈ, ਜੇ ਚਾਹੁੰਦੇ ਹੋ ਗੁਰੂ ਸਾਹਿਬ ਜੀ ਦੀ ਪ੍ਰਸੰਨਤਾ ਲੈਣੀ, ਵਜ਼ੀਰ ਭੀਮ ਚੰਦ ਨੂੰ ਕਹਿ ਰਿਹਾ, ਕਿਉਂਕਿ ਜਿਹੜਾ ਧਨ ਹੁੰਦਾ ਹੈ ਨਾ, ਇਹ ਜੀਵ ਨੂੰ ਅੰਨਾ ਤੇ ਬੋਲਾ ਕਰ ਦਿੰਦਾ। ਜਿਹੜਾ ਅੱਖਾਂ ਤੋਂ ਅੰਨਾ ਵੀ ਹੋਵੇ, ਕੰਨਾਂ ਤੋਂ ਬੋਲਾ ਵੀ ਹੋਵੇ, ਉਹਨੂੰ ਸੁਣਦਾ ਤੇ ਦਿਖਦਾ ਨਹੀਂ। ਜਿਸ ਨੂੰ ਦੇਖਣਾ ਤੇ ਸੁਣਨਾ ਬੰਦ ਹੋ ਜਾਵੇ, ਸਮਝ ਲਓ ਸੰਸਾਰ ਦੀ ਕਿਸੇ ਪ੍ਰਕਾਰ ਦੀ ਸਮਝ ਉਹਦੇ ਅੰਦਰ ਨਹੀਂ ਪੈ ਸਕਦੀ। ਮਹਾਰਾਜ ਸਾਹਿਬ ਜੀ ਨੇ ਕਿਹਾ, ਗੁਰੂ ਮਹਾਰਾਜ ਸਾਹਿਬ ਕਹਿੰਦੇ, ਮਾਇਆ ਧਾਰੀ ਅਤ ਅੰਨਾ ਬੋਲਾ। ਥੋੜਾ ਨਹੀਂ, ਅਤ ਅੰਨਾ ਬੋਲਾ, ਬਹੁਤ ਅੰਨਾ ਤੇ ਬੋਲਾ ਹੁੰਦਾ ਵੀ ਨਾ ਤਾਂ ਕਿਸੇ ਦੀ ਗੱਲ ਸੁਣਦੀ ਹੁੰਦੀ ਹੈ ਤੇ ਨਾ ਹੀ ਉਹਨੂੰ ਕੁਝ ਦਿਸਦਾ ਹੁੰਦਾ। ਉਹਦਾ ਜਿਹੜਾ ਅੰਦਰ ਦਾ ਹੰਕਾਰ ਹੁੰਦਾ, ਉਹਦਾ ਜਿਹੜਾ ਮਾਇਆ ਦਾ ਅੰਦਰ ਪ੍ਰਭਾਵ ਹੁੰਦਾ, ਉਹ ਇਤਨਾ ਹੋ ਜਾਂਦਾ ਕਿ ਆਪਣੇ ਤੋਂ ਸਿਵਾਏ ਜਾਂ ਆਪਣੀ ਗੱਲ ਸੁਣਾਉਣ ਤੋਂ ਸਿਵਾਏ ਹੋਰ ਉਹਦੇ ਕੁਝ ਪੱਲੇ ਨਹੀਂ ਹੁੰਦਾ। ਉਹ ਕਹਿੰਦਾ ਮੈਂ ਇੰਨਾ ਤਾਕਤਵਰ ਹਾਂ ਤੇ ਜੋ ਮੈਂ ਕਹਿੰਦਾ ਉਹੀ ਹੋਣਾ ਚਾਹੀਦਾ, ਜੋ ਮੈਂ ਦੇਖ ਕੇ ਫੈਸਲਾ ਲੈਣਾ ਉਹੀ ਹੋਣਾ ਚਾਹੀਦਾ। ਇਸ ਕਰਕੇ ਇਹ ਜਿਹੜੇ ਰਾਜੇ ਜਾਂ ਤਾਕਤਵਰ ਲੋਕ ਹੁੰਦੇ, ਜਾਂ ਜਦੋਂ ਆਪਣੇ ਜੀਵਾਂ ਕੋਲੇ ਵੀ ਕੋਈ ਕਿਸੇ ਪ੍ਰਕਾਰ ਦੀ ਮਾਇਆ ਆ ਜਾਂਦੀ, ਆਪਣੇ ਵੀ ਸਭ ਜੀਵਾਂ ਦੇ ਤੇਵਰ ਬਦਲ ਜਾਂਦੇ। ਇਹ ਜੀਵ ਜਿਹੜਾ ਇਹ ਬਹੁਤ ਛੇਤੀ ਬਦਲਾਅ ਵਿੱਚ ਆ ਜਾਂਦਾ। ਸਾਡਾ ਸੁਭਾਅ ਬਹੁਤ ਛੇਤੀ ਬਦਲ ਜਾਂਦਾ। ਕਿਉਂਕਿ ਅਸੀਂ ਸੁਰਤ ਕਰਕੇ ਸਥਿਰ ਨਹੀਂ ਹੁੰਦੇ, ਸਾਡੀ ਸੁਰਤ ਵਿੱਚ ਦ੍ਰਿੜਤਾ ਨਹੀਂ ਹੁੰਦੀ, ਅਸੀਂ ਅੰਦਰੋਂ ਪੱਕੇ ਨਹੀਂ ਹੁੰਦੇ, ਅਸੀਂ ਡਾਵਾਂਡੋਲ ਜ਼ਿੰਦਗੀ ਜੀਵਨ ਜਿਉਂਦੇ ਹਾਂ। ਬੜੀ ਛੇਤੀ ਸਾਡੇ ਉੱਤੇ ਗਰੀਬੀ ਦਾ, ਬੜੀ ਛੇਤੀ ਸਾਡੇ ਉੱਤੇ ਅਮੀਰੀ ਦਾ ਅਸਰ ਹੋ ਜਾਂਦਾ। ਥੋੜਾ ਜਿਹਾ ਧਨ ਆ ਜਾਵੇ, ਸਾਨੂੰ ਖੁਸ਼ੀ ਚੜ ਜਾਂਦੀ, ਸਾਡੇ ਅੰਦਰ ਕਿੰਨੇ ਤਰ੍ਹਾਂ ਦੇ ਖਿਆਲ ਦੌੜਨ ਲੱਗ ਜਾਂਦੇ। ਧਨ ਚਲਿਆ ਜਾਵੇ ਤਾਂ ਫਿਰ ਜਦ ਹੀ ਸਾਡੇ ਅੰਦਰ ਜਿਹੜਾ ਉਹ ਬੈਰਾਗ ਆ ਜਾਂਦਾ, ਸਾਡੇ ਅੰਦਰ ਰੋਣਾ ਨਿਕਲਣ ਲੱਗ ਜਾਂਦਾ। ਅਸੀਂ ਚਾਰ ਸਫੇਰੇ ਦੇਖ ਦੇਖ ਕੇ ਚਿੰਤਾ ਸਾਨੂੰ ਖਾਣ ਲੱਗ ਜਾਂਦੀ ਹੈ। ਗੁਰੂ ਸਾਹਿਬ ਕਹਿੰਦੇ, ਮਾਟੀ ਕਾ ਪੁੱਤਰਾ ਕੈਸੇ ਨੱਚਤ ਹੈ, ਦੇਖਾ ਦੇਖਾ ਸੁਣਾ ਬੋਲੇ ਦੌੜਿਓ ਫਿਰਦਾ ਹੈ। ਕਹਿੰਦੇ ਮਿੱਟੀ ਦਾ ਪੁਤਲਾ ਕਿਵੇਂ ਨੱਚਦਾ ਫਿਰਦਾ, ਦੇਖਦਾ, ਸੁਣਦਾ, ਬੋਲਦਾ ਤੇ ਦੌੜਿਆ ਫਿਰਦਾ ਚਾਰ ਸਫੇਰੇ। ਫਿਰ ਕਹਿੰਦਾ ਕਿ ਮਾਇਆ ਗਈ ਤਾਂ ਰੋਣ ਲੱਗਦਾ ਹੈ। ਇਹ ਸਾਡਾ ਸੁਭਾਅ। ਬੜੀ ਛੇਤੀ ਦੇ ਨਾਲ ਅਸੀਂ ਭਾਵੁਕ ਹੋ ਜਾਂਦੇ ਤੇ ਨੱਚਣ ਟੱਪਣ ਲੱਗ ਜਾਂਦੇ, ਉੱਚੀ ਉੱਚੀ ਰੌਲਾ ਪਾਉਣ ਲੱਗ ਜਾਂਦੇ। ਹੰਕਾਰ ਚੜ ਜਾਂਦਾ ਸਾਨੂੰ, ਕ੍ਰੋਧ ਚੜ ਜਾਂਦਾ ਸਾਨੂੰ, ਲੋਭ ਚੜ ਜਾਂਦਾ ਬੇਅੰਤ। ਜਿਹੜੇ ਇਹਦੇ ਅੰਦਰ ਬੈਠੇ ਆ ਕਾਮ, ਕ੍ਰੋਧ, ਲੋਭ, ਹੰਕਾਰ, ਤ੍ਰਿਸ਼ਨਾ, ਈਰਖਾ, ਝੂਠ, ਫਰੇਬ, ਉਹਦੇ ਕਾਮਯਾਬ ਹੋ ਜਾਂਦੇ। ਉਹਨਾਂ ਸਾਰਿਆਂ ਦੀ ਸੰਗਤ ਵਿੱਚ ਅਸੀਂ ਆ ਜਾਂਦੇ। ਜਿਹੜੀ ਵਿਵੇਕ ਦੀ ਫੌਜ ਹੈ, ਸਤ, ਸੰਤੋਖ, ਦਇਆ, ਧਰਮ ਆਦਿ, ਇਹ ਉਸੇ ਵੇਲੇ ਅਸੀਂ ਹਾਰ ਜਾਂਦੇ ਹਾਂ। ਮਨ ਰਾਜੇ ਦੇ ਅਧੀਨ ਹੋ ਜਾਂਦੇ ਹਾਂ। ਜਿਹੜਾ ਵਿਵੇਕ ਰਾਜ ਹੈ, ਉਹਦੀ ਸੰਗਤ ਤੋਂ ਅਸੀਂ ਵਾਂਝੇ ਹੋ ਜਾਂਦੇ ਹਾਂ। ਸੋ ਜੇ ਗੁਰੂ ਕੋਲੇ ਵੀ ਆਉਣਾ, ਸਾਡੇ ਕੋਲੇ ਸੋਝੀ ਨਹੀਂ ਹੁੰਦੀ ਕਿ ਸਤਿਗੁਰੂ ਕੋਲੇ ਅਸੀਂ ਕੀ ਲੈਣ ਵਾਸਤੇ ਆਏ ਹਾਂ। ਅਸੀਂ ਆਪਣੇ ਸਰੀਰ ਨੂੰ ਸਤਿਗੁਰੂ ਕੋਲ ਲੈ ਕੇ ਆਉਂਦੇ, ਮਨ ਨੂੰ ਨਹੀਂ ਲੈ ਕੇ ਆਉਂਦੇ। ਮਨ ਪਤਾ ਨਹੀਂ ਕਿੱਥੇ ਰਹਿ ਜਾਂਦਾ। ਕੱਲਾ ਸਰੀਰ ਗੁਰੂ ਹਜ਼ੂਰੀ ਵਿੱਚ ਆ ਜਾਂਦਾ, ਸਰੀਰ ਹੀ ਮੱਥਾ ਟੇਕ ਲੈਂਦਾ, ਸਰੀਰ ਹੀ ਵਾਪਸ ਮੁੜ ਜਾਂਦਾ।
ਸਾਡੀ ਸੁਰਤ ਵਿੱਚ ਸਾਡਾ ਸਰੀਰ ਹੀ ਹੁੰਦਾ ਹੈ, ਤੇ ਇੱਥੇ ਬੈਠਿਆਂ ਵੀ ਸਾਨੂੰ ਆਪਣੇ ਸਰੀਰ ਦਾ ਹੀ ਖਿਆਲ ਰਹਿੰਦਾ ਹੈ। ਸਰੀਰ ਨੂੰ ਭੁੱਖ ਲੱਗੀ ਤਾਂ ਜਦ ਹੀ ਦੌੜਨ ਲੱਗ ਜਾਂਦਾ ਲੰਗਰ ਵੱਲ, ਤਾਂ ਸਾਨੂੰ ਯਾਦ ਆ ਗਿਆ ਸਰੀਰ ਦੇ ਫਲਾਣੇ ਕੰਮ ਤੋਂ ਉੱਠ ਕੇ ਦੌੜ ਜਾਂਦੇ। ਜਾਂ ਹੋਰ ਕਿੰਨੇ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸਰੀਰ ਨੂੰ ਟਿਕਣ ਨਹੀਂ ਦਿੰਦੀਆਂ। ਕਿਉਂ? ਸਾਡੀ ਸੁਰਤ ਸਰੀਰ ਵਿੱਚ ਹੁੰਦੀ ਹੈ, ਸਰੀਰ ਨਾਲ ਸੰਬੰਧ ਰੱਖਦੇ। ਸਾਨੂੰ ਯਾਦ ਭੁੱਲ ਜਾਂਦਾ ਅਸੀਂ ਗੁਰੂ ਕੋਲੇ ਕੀ ਕਰਨ ਵਾਸਤੇ ਆਏ ਹਾਂ। ਕਿਉਂ ਜੀ? ਕਿਉਂਕਿ ਸਾਡੀ ਸੁਰਤ, ਸਾਡਾ ਮਨ ਨਹੀਂ ਆਇਆ ਇੱਥੇ। ਜੇ ਸੁਰਤ ਤੇ ਮਨ ਇੱਥੇ ਹੋਵੇ ਫਿਰ ਟਿਕਾਓ ਦੇ ਨਾਲ ਬੈਠ ਸਕਦੇ ਹਾਂ, ਫਿਰ ਇੱਕ ਟਕ ਟਿਕ ਸਕਦੇ ਹਾਂ। ਗੁਰਬਾਣੀ ਦਾ, ਕੀਰਤਨ ਦਾ, ਵਿਚਾਰ ਦਾ ਰਸ ਮਾਣ ਸਕਦੇ ਹਾਂ। ਨਾ ਹੋਣ ਕਰਕੇ ਸਾਨੂੰ ਫਿਰ ਇੱਥੇ ਰਸ ਨਹੀਂ ਆਉਂਦਾ, ਅਸੀਂ ਬਾਹਰ ਦੌੜੇ ਰਹਿੰਦੇ ਹਾਂ। ਸੋ ਇਸ ਕਰਕੇ ਉਹ ਵਜ਼ੀਰ ਕਹਿਣ ਲੱਗਿਆ ਰਾਜੇ ਨੂੰ, ਭੀਮ ਚੰਦ, ਤੂੰ ਜੇ ਗੁਰੂ ਸਾਹਿਬ ਕੋਲੋਂ ਆਪਣੇ ਆਪ ਨੂੰ ਬਖਸ਼ਾਉਣਾ ਚਾਹੁੰਦਾ ਹੈ ਤਾਂ ਆਹ ਜਿਹੜਾ ਤੇਰੇ ਅੰਦਰ ਆਪਣੀ ਤਾਕਤ ਦਾ, ਫੌਜ ਦਾ, ਰਾਜ ਦਾ, ਸਿਆਣਪ ਦਾ ਜਿਹੜਾ ਤੇਰੇ ਅੰਦਰ ਖਿਆਲ ਹੈ, ਇਹਨੂੰ ਪਹਿਲਾਂ ਛੱਡ ਦਿਓ ਤੇ ਖਿਆਲ ਨੂੰ ਛੱਡ ਕੇ ਫਿਰ ਗੁਰੂ ਸਾਹਿਬ ਜੀ ਕੋਲੇ ਜਾਓ। ਗੁਰੂ ਸਦਾ ਬਖਸ਼ਿੰਦ ਹਨ, ਤੈਨੂੰ ਬਖਸ਼ ਦੇਣਗੇ। ਤੇ ਅਸੀਂ ਗੁਰੂ ਸਾਹਿਬ ਜੀ ਦੇ ਨਾਲ ਸਾਰਾ ਮੇਲ ਮਿਲਾਪ ਦਾ ਪ੍ਰਬੰਧ ਕਰ ਆਇਆ ਹਾਂ। ਆਪਨੋ ਅਸ਼ੇਸ਼ ਦੇਸ਼ ਹੋਤ ਜੋ ਕਲੇਸ਼ ਵੇਸ। ਕਹਿਣ ਲੱਗਿਆ ਆਪਣਾ ਸਾਰਾ ਦੇਸ਼ ਜਿਹੜਾ ਹੁਣ ਕਲੇਸ਼ ਦਾ ਵੇਸ ਧਾਰਨ ਕਰ ਬੈਠਾ ਹੈ। ਗੋਪਤਾ ਵਿਸ਼ੇਸ਼ ਬਨ ਨੀਕੇ ਹੀ ਉਬਾਰੀਏ। ਕਹਿੰਦੇ ਚੰਗੇ ਰਖਵਾਲੇ ਬਣ ਕੇ ਇਹ ਸਾਰੇ ਦਾ ਸਾਰਾ ਕਲੇਸ਼ ਜਿਹੜਾ ਇਹ ਦੂਰ ਕਰ ਲਵੋ। ਚੰਗੇ ਰਖਵਾਲੇ ਬਣ ਕੇ ਆਪਣੇ ਦੇਸ਼ ਦੀ ਰਾਖੀ ਕਰੋ ਤੇ ਲੇਸ਼ ਮਾਤਰ ਵੀ ਗੁਰੂ ਸਾਹਿਬ ਜੀ ਦੇ ਨਾਲ ਵੈਰ ਨਾ ਧਾਰਨ ਕਰੋ। ਦਵਾਸ ਕੋ ਨਾ ਲੇਸ਼ ਧਾਰ ਮੁਦਤ ਹਮੇਸ਼ ਰਹੋ। ਕਹਿਣ ਲੱਗੇ ਰੱਤਾ ਭਰ ਵੀ ਦਵੈਸ ਦੀ ਲੇਸ਼ ਨਾ ਧਾਰਨ ਕਰੋ। ਮਾਨ ਉਪਦੇਸ਼ ਕੋ ਕਪਟ ਨਿਵਾਰੀਏ। ਗੁਰੂ ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਮੰਨ ਕੇ ਹਿਰਦੇ ਦੇ ਕਪਟ ਨੂੰ ਦੂਰ ਕਰੋ। ਸੁਨੇ ਕਾ ਵਕੀਲਤ ਸੁਸ਼ੀਲ ਕੋ ਸ਼ਬੀਲੋ ਰੂਪ। ਦੂਤ ਪਾਸੋਂ ਉਹ ਵਜ਼ੀਰ ਦੇ ਕੋਲੋਂ ਸੁਣ ਕੇ ਭੀਮ ਚੰਦ ਰਾਜੇ ਨੇ ਸੁਸ਼ੀਲ ਤੇ ਸ਼ਬੀਲੇ ਸਰੂਪ ਬਾਰੇ ਸੁਣ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਬਾਰੇ ਤਾਂ ਕਹਿੰਦੇ ਭੂਪਤ ਹਠੀਲੋ ਹਠ ਤਿਆਸ ਤਾਤ ਕਾਲ ਕੋ। ਜਿਹੜਾ ਹਠੀ ਸੀ ਨਾ, ਅੰਦਰ ਤਾਕਤ ਦਾ ਜਿਹੜਾ ਹਠ ਸੀ, ਫਿਰ ਫੌਜ ਦੀ ਤਾਕਤ ਦਾ, ਧਨ ਦੀ ਤਾਕਤ ਦਾ ਜਿਹੜਾ ਜ਼ੋਰ ਸੀ ਉਹਨੂੰ ਤਿਆਗ ਦਿੱਤਾ ਤੇ ਆਪਣੇ ਹੱਥ ਨੂੰ ਛੱਡ ਦਿੱਤਾ ਤੇ ਤਿਆਰ ਹੋ ਗਿਆ ਸਤਿਗੁਰੂ ਜੀ ਦੇ ਦਰਸ਼ਨਾਂ ਵਾਸਤੇ। ਭੇਟਨ ਸਕੇਲ ਕਰ ਚੜਿਓ ਗਜ ਪੇਲ ਕਰ। ਭੇਟਾਵਾਂ ਇਕੱਠੀਆਂ ਕੀਤੀਆਂ ਹਨ ਤੇ ਹਾਥੀ ਨੂੰ ਪ੍ਰੇਰ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਹਜ਼ੂਰ ਸ੍ਰੀ ਅਨੰਦਪੁਰ ਸਾਹਿਬ ਜਾਣ ਵਾਸਤੇ ਹਾਥੀ ਉੱਤੇ ਚੜ ਗਿਆ ਹੈ। ਭੋਜਨ ਕੋ ਮੇਲ ਕਰ ਧਾਰਤ ਉਤਾਲ ਕੋ। ਸੈਨਾ ਨੂੰ ਨਾਲ ਲੈ ਕੇ ਬਹੁਤ ਉਤਾਵਲਾਪਨ ਧਾਰਨ ਕੀਤਾ ਰਾਜੇ ਭੀਮ ਚੰਦ ਨੇ। ਮਾਰਿਗ ਪਿਆਨ ਕਰ ਅਨੰਦ ਪਰੇ ਕੋ ਥਾਨ। ਅਨ ਪਰੇ ਕੋ ਥਾਨ ਆਨ। ਕਹਿਣ ਲੱਗੇ ਬਈ ਰਾਹੇ ਦਾ ਚੱਲ ਕੇ ਅਨੰਦਪੁਰ ਵਾਲੇ ਸਥਾਨ ਵਾਲੇ ਪਾਸੇ ਨੂੰ ਭੀਮ ਚੰਦ ਰਾਜਾ ਚੱਲ ਪਿਆ ਹੈ। ਕਰ ਉਤਰਿਓ ਮਹਾਨ ਮਹਿ ਪਾਲਕੋ। ਮਹਾਨ ਰਾਜਾ ਆ ਕੇ ਗੁਰੂ ਸਾਹਿਬ ਜੀ ਦੇ ਹਜ਼ੂਰ ਸ੍ਰੀ ਅਨੰਦਪੁਰ ਸਾਹਿਬ ਉਤਾਰਾ ਕਰ ਲਿਆ। ਸੁਧ ਕੋ ਸੁਨਤ ਸੁਧ ਲਾਭੇ ਹਿਤ ਆਨੰਦ ਚੰਦ। ਰਾਜੇ ਦੀ ਆਉਣ ਦੀ ਖਬਰ ਸੁਣ ਲਈ ਜਦੋਂ ਗੁਰੂ ਸਾਹਿਬ ਜੀ ਨੇ, ਗੁਰੂ ਮਹਾਰਾਜ ਸਾਹਿਬ ਜੀ ਨੇ ਰਾਜਨੀਤੀ ਦੇ ਤਰੀਕੇ ਨਾਲ ਜਾਣ ਕੇ ਤਾਂ ਆਨੰਦ ਚੰਦ ਜਿਹੜਾ ਦੀਵਾਨ ਹੈ ਸਤਿਗੁਰੂ ਜੀ ਦਾ, ਉਹਨੂੰ ਭੇਜਿਆ ਹੈ। ਭੇਜਿਓ ਸ਼੍ਰੀ ਗੋਬਿੰਦ ਸਿੰਘ ਰਾਜਨੀਤ ਚਾਲਕੋ। ਜਿਹੜੇ ਰਾਜਿਆਂ ਦੀਆਂ ਰਾਜਨੀਤੀਆਂ ਹੁੰਦੀਆਂ, ਸਾਮ ਦਾਮ ਦੰਡ ਭੇਦ, ਇਸ ਨੀਤੀ ਦੇ ਅਧੀਨ ਕਈ ਤਰ੍ਹਾਂ ਦੇ ਢੰਗ ਤਰੀਕੇ ਹੁੰਦੇ ਆ। ਉਹ ਜਿਹਾ ਵਰਤਦੇ ਸਤਿਗੁਰੂ ਜੀ ਨੇ ਆਪਣੇ ਦੀਵਾਨ ਆਨੰਦ ਚੰਦ ਨੂੰ ਭੀਮ ਚੰਦ ਦੇ ਅੱਗੇ ਭੇਜ ਦਿੱਤਾ। ਖਾਨ ਪਾਨ ਦਾਣਾ ਤ੍ਰੈਣ ਦੀਨ ਸਰ ਵਿਸ਼ਾਲ ਤਬ। ਖਾਣ ਪੀਣ ਦਾ ਜਿਹੜਾ ਫੌਜ ਦਾ ਭੀਮ ਚੰਦ ਰਾਜੇ ਦਾ ਉਹ ਤੇ ਜਿਹੜੇ ਨਾਲ ਘੋੜੇ ਹਾਥੀ ਆ ਉਹਨਾਂ ਦਾ ਜਿਹੜਾ ਦਾਣਾ ਘਾਹ ਜਿਹੜਾ ਉਹ ਬਹੁਤ ਦੇ ਦਿੱਤਾ ਨਾਲ। ਪਾਛਲੇ ਪਹਿਰ ਠਹਿਰਾਇਓ ਮੇਲ ਆਵਨੋ। ਪਿਛਲੇ ਪਹਿਰ ਮਿਲਣ ਵਾਲੇ ਸਤਿਗੁਰੂ ਜੀ ਨੇ ਠਹਿਰਾਇਆ ਕਿ ਉਹਨੂੰ ਕਹੋ ਰੁਕ ਜਾਵੇ, ਦਿਨ ਦੇ ਪਿਛਲੇ ਪਹਿਰ ਉਹਨੂੰ ਦਰਸ਼ਨ ਦੇਵਾਂਗੇ। ਵਿਜਿਆ ਕੋ ਪਾਨ ਕਰ ਸੋਚ ਤਨ ਠਾਨ ਕਰ। ਸਤਿਗੁਰੂ ਜੀ ਨੇ ਜਦੋਂ ਦਿਨ ਦਾ ਪਿਛਲਾ ਪਹਿਰ ਹੋਇਆ
ਤਾਂ ਸਰਦਈ ਛਕ ਕੇ ਸਰੀਰ ਤੇ ਸ਼ੌਚ ਇਸ਼ਨਾਨ ਫਿਰ ਕਰਕੇ ਬਹੁ ਇਸ਼ਨਾਨ ਕਰ ਪੋਛ ਮੰਗਵਾਵਨੋ। ਗੁਰੂ ਮਹਾਰਾਜ ਸਾਹਿਬ ਜੀ ਨੇ ਇਸ਼ਨਾਨ ਕੀਤਾ ਤੇ ਸੁੰਦਰ ਪੋਸ਼ਾਕ ਮੰਗਵਾਈ ਹੈ। ਸੁੰਦਰ ਪਹਿਰ ਕਰ ਭੂਖਨ ਰਤਨ ਜਰ। ਗੁਰੂ ਮਹਾਰਾਜ ਸਾਹਿਬ ਜੀ ਨੇ ਸੁੰਦਰ ਭੂਖਨ ਜਿਹੜੇ ਰਤਨ ਜਵਾਹਰ ਨਾਲ ਜੜੇ ਹੋਏ ਆ ਸਤਿਗੁਰੂ ਜੀ ਨੇ ਪਹਿਨ ਕੇ ਗਰ ਸ਼ਮਸ਼ੇਰ ਹੋਏ ਦਿਖਾਵ ਨੂੰ ਸਤਿਗੁਰੂ ਜੀ ਨੇ ਆਪਣੇ ਗਲ ਦੇ ਵਿੱਚ ਸੁੰਦਰ ਤਲਵਾਰ ਪਹਿਨ ਕੇ ਸ਼ੇਰ ਵਾਂਗ ਬਲਵਾਨ ਸੂਰਬੀਰ ਯੋਧੇ ਸਤਿਗੁਰੂ ਸਾਹਿਬ ਜੀ ਦਿਖਾਈ ਦੇ ਰਹੇ ਹਨ ਤੇ ਸਤਿਗੁਰੂ ਦੀਵਾਨ ਵਿੱਚ ਆ ਕੇ ਸਜੇ ਹਨ। ਨਿਠੁਰ ਕੋ ਡੰਦ ਪੁਜ ਦੰਡ ਕੇ ਸਿਕੰਦ ਧਰ। ਹਾਂਜੀ ਕਹਿਣ ਲੱਗੇ ਨਿਠੁਰ ਕਦੰਡ ਗੁਰੂ ਮਹਾਰਾਜ ਸਾਹਿਬ ਜੀ ਦਾ ਜਿਹੜਾ ਕਮਾਨ ਹੈ ਬਹੁਤ ਸਖਤ ਹੈ 9 ਟੰਕ ਦਾ ਹੈ ਤੇ ਫਿਰ ਬਾਣ ਨੂੰ ਮੋਢੇ ਉੱਤੇ ਪਾ ਲਿਆ ਪੱਥਾ ਪਾਇਆ ਹੋਇਆ ਫਿਰ ਪਿੱਛੇ ਤੇ ਧਰ ਤੀਖਨ ਖਟੰਗ ਕੀਨ ਪਾਨ ਮੈਂ ਫਿਰਾਉ ਤਿੱਖੇ ਤੀਰ ਉਹਦੇ ਵਿੱਚ ਪਾਏ ਹੋਏ ਆ ਕਮਾਨ ਸਤਿਗੁਰੂ ਜੀ ਨੇ ਮੋਢੇ ਵਿੱਚ ਪਾਇਆ ਹੋਇਆ ਤੇ ਤੀਰਾਂ ਦਾ ਪੱਥਾ ਮੋਢੇ ਦੇ ਪਿੱਛੇ ਸਤਿਗੁਰੂ ਜੀ ਦੇ ਬੰਨਿਆ ਹੋਇਆ ਲੱਕ ਦੇ ਨਾਲ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਸ਼ਸਤਰ ਬਸਤਰ ਧਾਰੀ ਵੀਰ ਰਸ ਹੋ ਕੇ ਦੀਵਾਨ ਵਿੱਚ ਸਜੇ ਹੋਏ ਸੂਰਬੀਰ ਯੋਧਿਆਂ ਦੀ ਤਰ੍ਹਾਂ ਆਤਮ ਸ਼ਕਤੀ ਦੇ ਮਾਲਕ ਤਿੰਨਾਂ ਲੋਕਾਂ ਦੇ ਮਾਲਕ ਜਿਨ੍ਹਾਂ ਦੇ ਸ੍ਰੀ ਮੁਖ ਦੇ ਉੱਪਰ ਨੂਰਾਨੀ ਨੂਰ ਚਮਕ ਰਿਹਾ ਹੈ। ਕੇਹਰੀ ਗਵਨ ਪਗ ਪੰਕਜ ਰਵਨ ਚੱਲੋ। ਕਹਿਣ ਲੱਗੇ ਸ਼ੇਰ ਦੀ ਚਾਲ ਵਾਂਗ ਆਪਣੇ ਸੁੰਦਰ ਚਰਨ ਕਮਲਾਂ ਤੇ ਸਭਾ ਕੇ ਸਥਾਨ ਮੈਂ ਪਿਆਨ ਆਪ ਕੀਨਿਓ। ਸਤਿਗੁਰੂ ਮਹਾਰਾਜ ਸਾਹਿਬ ਜੀ ਆਪਣੇ ਚਰਨ ਕਮਲਾਂ ਨਾਲ ਚੱਲ ਪਏ ਤੇ ਸਭਾ ਵਾਲੇ ਸਥਾਨ ਤੇ ਪਹੁੰਚ ਗਏ ਹਨ। ਕੰਚਨ ਸਿੰਘਾਸਨ ਪਾ ਬੈਠੇ ਸੁਖ ਆਸਨ ਸੋ। ਸੁਖ ਆਸਨ ਜਿੱਥੇ ਸਤਿਗੁਰੂ ਆਪ ਆ ਕੇ ਬਿਰਾਜ ਕੇ ਸੁਸ਼ੋਭਤ ਹੁੰਦੇ ਆ ਸੰਗਤ ਨੂੰ ਦਰਸ਼ਨ ਦਿੰਦੇ ਆ ਸੋਨੇ ਦੇ ਸਿੰਘਾਸਨ ਤੇ ਆ ਕੇ ਸਤਿਗੁਰੂ ਜੀ ਬੈਠ ਗਏ ਹਨ। ਨਿਕਟ ਸਰਾਸਨ ਟਿਕਾਏ ਦ੍ਰਿੜ ਲੀਨਿਓ। ਆਪਣੇ ਨੇੜੇ ਕਮਾਨ ਨੂੰ ਸਤਿਗੁਰੂ ਜੀ ਨੇ ਟਿਕਾ ਲਿਆ ਹੈ। ਚੌਰਦਾਰ ਚੌਰ ਚਾਰ ਦਿਸ ਢੌਰ ਕਰ। ਚੌਰ ਬਰਦਾਰ ਸੁੰਦਰ ਚੌਰ ਕਰ ਰਿਹਾ ਸੀ ਤੇ ਚਾਰੇ ਪਾਸੇ ਸਤਿਗੁਰੂ ਜੀ ਦੀ ਸ਼ੋਭਾ ਹੋ ਰਹੀ ਹੈ। ਸ਼ੋਭਾ ਕੋ ਬਢਾਵਾ ਸਭ ਕਿਰਨੋਂ ਕੀ ਚੀਨਿਓ। ਕਹਿਣ ਲੱਗੇ ਸਾਰੇ ਪਾਸੇ ਸ਼ੋਭਾ ਹੋ ਰਹੀ ਹੈ ਚੌਰ ਬਰਦਾਰ ਸਤਿਗੁਰੂ ਜੀ ਦੇ ਸੀਸ ਦੇ ਉੱਪਰ ਚੌਰ ਕਰ ਰਿਹਾ ਤੇ ਸੂਰਜ ਦੀਆਂ ਕਿਰਨਾਂ ਦੇ ਵਾਂਗ ਚਮਕਦਾ ਵਿਖਾਈ ਦੇ ਰਿਹਾ ਹੈ। ਹਰਸ਼ ਅਨੇਕ ਰੰਗ ਸਜਿਓ ਸਭ ਬਿਉਂਤ ਸੰਗ। ਸਾਰੀਆਂ ਬਿਉਂਤਾਂ ਦੇ ਨਾਲ ਭਾਵ ਚੰਗੇ ਢੰਗ ਤਰੀਕੇ ਦੇ ਨਾਲ ਦਰੀਆਂ ਗਲੀਚੇ ਸੁੰਦਰ ਵਿਛਾਏ ਹੋਏ ਦੂਰ ਦੂਰ ਤੱਕ ਜਿਹੜੇ ਬੜੀ ਸ਼ੋਭਾ ਪਾ ਰਹੇ ਹਨ। ਸਭਾ ਮੈਂ ਸੁਗੰਧਤਾ ਕੀ ਗੰਗ ਛੋਦ ਦੀਨਿਓ। ਸਭਾ ਦੇ ਵਿੱਚ ਅਤਰ ਫਲੇਰ ਹੋਰ ਸੁਗੰਧੀ ਵਾਲੇ ਜੋ ਜਿਹੇ ਉਦੋਂ ਢੰਗ ਤਰੀਕੇ ਸਨ ਗੁਰਸਿੱਖ ਵਰਤਦੇ। ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਿੱਖ ਸੰਗਤ ਬੈਠੀ ਹੁੰਦੀ ਸਿੱਖ ਸੰਗਤ ਦੇ ਵਿੱਚ ਅਤਰ ਆਦਿਕ ਛਿੜਕਿਆ ਜਾਂਦਾ ਜਿਹਦੇ ਨਾਲ ਸਾਰੇ ਦੂਰ ਦੂਰ ਤੱਕ ਸਤਿਗੁਰੂ ਜੀ ਦੇ ਦੀਵਾਨ ਵਿੱਚ ਸਤਿਗੁਰੂ ਜੀ ਦੇ ਹਜ਼ੂਰ ਸੁਗੰਧੀਆਂ ਹੁੰਦੀਆਂ ਸਨ। ਆਇਓ ਨੰਦ ਚੰਦ ਕਰ ਬੰਦਨਾ ਕੋ ਦਇਆ ਰਾਮ। ਨੰਦ ਚੰਦ ਗੁਰੂ ਸਾਹਿਬ ਜੀ ਦਾ ਦੀਵਾਨ ਬੰਦਨਾ ਕਰਕੇ ਸਤਿਗੁਰੂ ਜੀ ਦੇ ਹਜ਼ੂਰ ਆਇਆ ਹੈ ਤੇ ਦਇਆ ਰਾਮ ਪੁਰੋਹਿਤ ਨੇ ਰੋਦਾ ਮਹਾਬੀਰ ਤੀਨ ਭਰਾਤ ਥੇਰੇ ਥਾਨ ਮੈਂ। ਦਇਆ ਰਾਮ ਪੁਰੋਹਿਤ ਨੇ ਤੇ ਤਿੰਨੇ ਭਰਾ ਭਾਈ ਸੰਗੋ ਸ਼ਾਹ ਤੇ ਗੀਤਮਲ ਚੜ੍ਹਾਈ ਕਰ ਗਏ। ਉਹਨਾਂ ਦੇ ਰਹਿੰਦੇ ਜਿਹੜੇ 3 ਭਰਾ ਹਨ ਉਹ ਗੰਗਾ ਰਾਮ ਗੁਲਾਬ ਚੰਦ ਆਦਿ ਉਹ ਵੀ ਆ ਕੇ ਸਤਿਗੁਰੂ ਸਾਹਿਬ ਜੀ ਦੇ ਕੋਲ ਬੈਠ ਗਏ ਹਨ। ਪ੍ਰਿੰਦ ਜੇ ਮਸੰਦ ਧਨ ਸੰਚਿਤ ਬੇਲੰਡ ਦੀ ਡੀਲ। ਸਾਰੇ ਮਸੰਦ ਜਿਹੜੇ ਜ਼ਿੰਮੇਵਾਰ ਥਾਵਾਂ ਥਾਵਾਂ ਤੋਂ ਕਾਰ ਭੇਟਾ ਲਿਆ ਕੇ ਸਤਿਗੁਰੂ ਜੀ ਨੂੰ ਅਰਪਣ ਕਰਦੇ ਆ ਉਹ ਵੀ ਬਹੁਤ ਧਨ ਇਕੱਠਾ ਕਰਦੇ ਸਨ। ਬੈਠੇ ਜਥਾ ਜੋਗ ਸਭ ਆਨ ਕੈ ਦੀਵਾਨ ਮੈਂ। ਉਹ ਸਾਰੇ ਆਪੋ ਆਪਣੇ ਜਥਾ ਜੋਗ ਥਾਵਾਂ ਤੇ ਆ ਕੇ ਗੁਰੂ ਸਾਹਿਬ ਜੀ ਦੇ ਹਜ਼ੂਰ ਬੈਠ ਗਏ ਨੇ। ਐਠਦਾਰ ਵੀਰਬਰ ਧਾਰ ਕਾ ਸਰੀਰ ਚੀਰ। ਫਿਰ ਸਿਰ ਕੱਢ ਜਿਹੜੇ ਸੂਰਬੀਰ ਹੈ ਜਿਹੜੇ ਮੋਹਰੀ ਸੂਰਬੀਰ ਜਾਂ ਜਿਨ੍ਹਾਂ ਨੂੰ ਸੈਨਾਪਤੀ ਕਹਿ ਲੋ ਜਿਹੜੇ ਜੰਗ ਵਿੱਚ ਜਿਵੇਂ ਹੁਣ ਮਾਮਾ ਕਿਰਪਾਲ ਚੰਦ ਹੈ ਤੇ ਬਾਬਾ ਬੀਬੀ ਬੀਰੋ ਦੇ ਸੁਪੁੱਤਰ ਹੈ ਤਿੰਨੇ ਉਹ ਜਾਂ ਹੋਰ ਜਿਹੜੇ ਸੂਰਬੀਰ ਯੋਧੇ ਆ ਜਿਨ੍ਹਾਂ ਨੂੰ ਸੈਨਾਪਤੀ ਵੀ ਕਿਹਾ ਜਾਂਦਾ ਜੋ ਮੈਦਾਨੇ ਜੰਗ ਵਿੱਚ ਆਪਣੇ ਨਾਲ ਟੋਲੀਆਂ ਜੱਥੇ ਬਣਾ ਕੇ ਨਾਲੇ ਸਾਰਿਆਂ ਦੀ ਪਹਿਰੇਦਾਰੀ ਕਰਦੇ ਨਾਲੇ ਜੰਗ ਲੜਦੇ ਆ ਉਹ ਵੀ ਜਿਹੜੇ ਸਿਰ ਕੱਢ ਸੂਰਬੀਰ ਯੋਧੇ ਆ
ਉਹ ਵੀ ਚੰਗੀਆਂ ਸ੍ਰੇਸ਼ਟ ਪੁਸ਼ਾਕਾਂ ਧਾਰ ਕੇ। ਆਏ ਸੁਧ ਸੁਨ ਧਾਰ ਆਯੁਧ ਕੋ ਪਾਨ ਮੈਂ। ਕਹਿੰਦੇ ਸਭਾ ਬਾਰੇ ਸੁਣ ਕੇ ਕਿ ਗੁਰੂ ਸਾਹਿਬ ਜੀ ਦੀਵਾਨ ਵਿੱਚ ਸਜ ਗਏ ਆ, ਇਹ ਵੀ ਪਤਾ ਲੱਗ ਗਿਆ ਕਿ ਭੀਮ ਚੰਦ ਰਾਜਾ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਆ ਰਿਹਾ। ਸਾਰੇ ਸੱਜ ਧੱਜ ਕੇ ਸ਼ਾਸਤਰ ਵਸਤਰ ਸਜਾ ਕੇ ਗੁਰੂ ਸਾਹਿਬ ਜੀ ਦੇ ਹਜ਼ੂਰ ਆ ਗਏ ਹਨ। ਮਾਤਲ ਕਿਰਪਾਲ ਬਹੁ ਜੋਧਾ ਜਿਸ ਨਾਲ ਆਏ। ਮਾਮਾ ਕਿਰਪਾਲ ਚੰਦ ਜਿਹਦੇ ਨਾਲ ਬਹੁਤ ਸੂਰਬੀਰ ਯੋਧੇ ਆਏ ਹਨ। ਧੀਰਜ ਵਿਸਾਲ ਔਰ ਬਾਕਨ ਬਖਾਨ ਮੈਂ। ਕਹਿਣ ਲੱਗੇ ਜਿਹੜੇ ਵਾਕ ਵਿਦਿਆ ਵਿੱਚ ਵੱਡੇ ਧੀਰਜਵਾਨ ਸਨ, ਉਹ ਵੀ ਆ ਕੇ ਬੈਠਦੇ। ਭਾ ਮਾਮਾ ਕਿਰਪਾਲ ਚੰਦ ਜੀ, ਜਿਨ੍ਹਾਂ ਦੇ ਮੁਖ ਤੋਂ ਕੋਈ ਵੀ ਬਚਨ ਨਿਕਲਦਾ ਪੂਰਾ ਹੋ ਜਾਂਦਾ ਸੀ। ਉਹ ਆਪਣੇ ਨਾਲ ਜਿਹੜੇ ਸੂਰਬੀਰ ਯੋਧੇ ਤੇ ਆਪ ਹੀ ਵੱਡੇ ਸੂਰਬੀਰ ਯੋਧੇ ਹਨ, ਉਹ ਆ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਹਜ਼ੂਰ ਬੈਠ ਗਏ ਹਨ। ਭੇਜੋ ਚੋਬਦਾਰ ਲਿਆਏ ਭੂਪ ਕੋ ਹਕਾਰ। ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚੋਬਦਾਰ ਨੂੰ ਕਿਹਾ ਕਿ ਜਾਓ ਰਾਜੇ ਭੀਮ ਚੰਦ ਨੂੰ ਬੁਲਾ ਕੇ ਲੈ ਆਵੋ। ਅਬ ਪਾਏ ਕੇ ਰਜਾਏ ਤਾਤ ਕਾਲ ਤਾਹੇ ਆਨਿਓ। ਰਾਜੇ ਨੂੰ ਬੁਲਾ ਕੇ ਲੈ ਆਵੋ ਤੇ ਹੁਕਮ ਪ੍ਰਾਪਤ ਕਰਕੇ ਚੋਬਦਾਰ ਛੇਤੀ ਦੇ ਨਾਲ ਭੀਮ ਚੰਦ ਰਾਜੇ ਕੋਲੇ ਚਲਿਆ ਗਿਆ ਤੇ ਉਹਨੂੰ ਬੁਲਾ ਕੇ ਲੈ ਆਇਆ ਹੈ। ਵੀਰਨ ਵਜ਼ੀਰਨ ਕੋ ਸੰਗ ਲੈ ਬਹੀਰ ਬਹੋ। ਆਪਣੇ ਸੂਰਬੀਰਾਂ ਨੂੰ ਤੇ ਵਜ਼ੀਰਾਂ ਨੂੰ ਨਾਲ ਲੈ ਕੇ ਭੀਮ ਚੰਦ ਰਾਜਾ ਆਨ ਭੀਮ ਚੰਦ ਨੇ ਪ੍ਰਣਾਮ ਪੱਗ ਠਾਨਿਓ। ਭੀਮ ਚੰਦ ਰਾਜਾ ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਆਇਆ ਤੇ ਆ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਅਰਪ ਅਕੋਰਨ ਕੋ ਹਾਥ ਜੋੜ ਪ੍ਰਭੂ ਔਰ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭੇਟਾਵਾਂ ਮੱਥਾ ਟੇਕਣ ਵਾਸਤੇ ਜਿਹੜੀਆਂ ਭੇਟਾਵਾਂ ਲੈ ਆਇਆ ਉਹ ਅਰਪਣ ਕਰਕੇ ਗੁਰੂ ਸਾਹਿਬ ਜੀ ਦੇ ਸਾਹਮਣੇ ਹੱਥ ਜੋੜ ਕੇ ਬੈਠਿਓ ਸੋ ਬਿਲੋਕ ਮੋਦ ਪ੍ਰਸ਼ਨ ਬਖਾਨਿਓ। ਗੁਰੂ ਸਾਹਿਬ ਜੀ ਦੇ ਸਾਹਮਣੇ ਹੱਥ ਜੋੜ ਕੇ ਬੈਠ ਗਿਆ ਤੇ ਖੁਸ਼ ਹੋ ਕੇ ਸਤਿਗੁਰੂ ਜੀ ਦੇ ਤਾਈਂ ਪ੍ਰਸ਼ਨ ਕੀਤਾ ਹੈ। ਆਪ ਕੀ ਕਿਰਪਾ ਤੇ ਮੋਕੋ ਕੁਸ਼ਲ ਕਲਿਆਣ ਸਭ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਸਤਿਗੁਰੂ ਜੀ ਆਪ ਜੀ ਦੀ ਕਿਰਪਾ ਨਾਲ ਮੈਂ ਬਿਲਕੁਲ ਕੁਸ਼ਲ ਆਨੰਦ ਹਾਂ। ਦੁਲਬ ਦਰਾਸ ਤੇ ਹਰਖ ਔਰ ਮਾਨਿਓ। ਦੁਰਲੱਭ ਦਰਸ਼ਨ ਪਾ ਕੇ ਆਪ ਜੀ ਦੇ ਮੈਂ ਪ੍ਰਸੰਨ ਹੋ ਗਿਆ ਹਾਂ। ਦੁਰਲੱਭ ਦਰਸ਼ਨ ਪਾ ਕੇ ਮੇਰਾ ਅੰਦਰ ਸ਼ਾਂਤ ਹੋ ਗਿਆ ਹੈ। ਕਰਾਮਾਤ ਸਾਹਿਬ ਅਜਾਇਬ ਚਰਿਤ੍ਰ ਤੁਮ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਕਰਾਮਾਤ ਦੇ ਸਾਹਿਬ ਹੋ। ਆਪ ਦੇ ਜਿਹੜੇ ਕੌਤਕ ਉਹ ਅਜਾਇਬ ਹਨ, ਭਾਵ ਲਖੇ ਨਹੀਂ ਜਾ ਸਕਦੇ। ਫੇਰ ਮਨ ਦੇਤ ਹੋ ਕੇ ਫੇਰ ਮਨ ਲੇਤ ਹੋ। ਮਹਾਰਾਜ ਸੱਚੇ ਪਾਤਸ਼ਾਹ ਆਪ ਸ੍ਰਿਸ਼ਟੀ ਦੇ ਪਾਲਣਹਾਰੇ ਹੋ, ਸਭ ਦੇ ਮਨ ਨੂੰ ਫੇਰਨ ਵਾਲੇ ਹੋ, ਸਭ ਦਾ ਮਨ ਜਿੱਤ ਲੈਣ ਵਾਲੇ ਹੋ। ਹੋ ਤੇ ਅਪਰਾਧ ਭਇਓ ਭੂਲ ਕੈ ਅਸਾਧ ਥਿਓ। ਮਹਾਰਾਜ ਸੱਚੇ ਪਾਤਸ਼ਾਹ ਮੇਰੇ ਵੱਲੋਂ ਜਿਹੜਾ ਵੀ ਅਪਰਾਧ ਹੋਇਆ ਹੈ, ਸਤਿਗੁਰੂ ਆਪ ਜੀ ਬਖਸ਼ਣ ਯੋਗ ਹੋ, ਮੈਨੂੰ ਰਹਿਮ ਕਰਕੇ ਬਖਸ਼ ਦੇਵੋ। ਅਦਿਕ ਉਪਾਦ ਕਿਉ ਦ્વੈਸ਼ ਬਿਨ ਹੇਤ ਹੋ। ਮਹਾਰਾਜ ਮੇਰੀਆਂ ਜਿਤਨੀਆਂ ਵੀ ਵੱਡੀਆਂ ਵੱਡੀਆਂ ਗਲਤੀਆਂ ਹਨ, ਮਹਾਰਾਜ ਜੀ ਮੈਨੂੰ ਦ્વੈਸ਼ ਹੇਤੂ ਜਾਣ ਕੇ ਮੈਨੂੰ ਬਖਸ਼ ਦੇਵੋ, ਮੇਰੇ ਤੇ ਰਹਿਮ ਕਰ ਦੇਵੋ। ਰਾਵਰੋ ਬਿਰਧ ਬਖਸ਼ਿੰਦ ਸੁਨਿਓ ਬ੍ਰਿੰਦ ਹੂਤੇ। ਮਹਾਰਾਜ ਸੱਚੇ ਪਾਤਸ਼ਾਹ ਮੈਂ ਸਾਰਿਆਂ ਕੋਲੋਂ ਸੁਣਿਆ ਰਾਵਰੋ ਬਿਰਧ ਬਖਸ਼ਿੰਦ, ਆਪ ਜੀ ਦਾ ਜਿਹੜਾ ਬਿਰਧ ਹੈ ਉਹ ਸਦਾ ਬਖਸ਼ਿੰਦ ਹੈ। ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ, ਕਿ ਗੁਰੂ ਸਦਾ ਬਖਸ਼ਿੰਦ ਹੈ, ਸਦਾ ਮਿਹਰਬਾਨ ਹੈ। ਮਹਾਰਾਜ ਜੀ ਤੁਹਾਡਾ ਬਿਰਧ ਹੈ ਦਾਰਾਏ ਨੂੰ ਬਖਸ਼ਣਾ, ਦਾਰਾਏ ਤੇ ਰਹਿਮ ਕਰਨਾ। ਬਖਸ਼ੋ ਖਿਮਾ ਕੇ ਨਿਦ ਕਰਨਾ ਨਕੇਤ ਹੋ। ਮਹਾਰਾਜ ਤੁਸੀਂ ਕਿਰਪਾ ਦੇ ਘਰ ਹੋ, ਖਿਮਾ ਕੇ ਨਿਤ। ਫੇਰ ਕਹਿਣ ਲੱਗਿਆ ਵੀ ਤੁਸੀਂ ਖਿਮਾ ਦੇ ਖਜ਼ਾਨੇ ਹੋ, ਇਸ ਕਰਕੇ ਮੇਰੇ ਤੇ ਰਹਿਮ ਕਰਕੇ ਬਖਸ਼ ਦੇਵੋ। ਰਾਖੀਏ ਸ਼ਰਨ ਤੁਮ ਤਾਰਨ ਤਰਨ ਰੂਪ। ਮਹਾਰਾਜ ਮੈਨੂੰ ਆਪਣੀ ਸ਼ਰਨ ਰੱਖ ਲਓ। ਸੰਸਾਰ ਸਾਗਰ ਤੋਂ ਆਪ ਜੀ ਤਾਰਨ ਵਾਲੇ ਜਹਾਜ਼ ਰੂਪ ਹੋ। ਕਾਰਨ ਕਰਨ ਵੱਡੇ ਵੀਰ ਜੰਗ ਖੇਤ ਹੋ। ਮਹਾਰਾਜ ਸੱਚੇ ਪਾਤਸ਼ਾਹ ਆਪ ਸਾਰੇ ਕਾਰਨਾਂ ਦੇ ਕਾਰਨ ਵਾਲੇ ਹੋ ਤੇ ਰਣ ਖੇਤਰ ਵਿੱਚ ਵੱਡੇ ਸੂਰਵੀਰ ਹੋ। ਸੁਨੋ ਅਚਲੇਸ਼ ਦੁਆਸ਼ ਕਾਰਨ ਅਸ਼ੇਸ਼ ਜੋਈ। ਗੁਰੂ ਮਹਾਰਾਜ ਸਾਹਿਬ ਕਹਿਣ ਲੱਗੇ ਭੀਮ ਚੰਦ ਸੁਣੋ, ਕਹਿਣ ਲੱਗੇ ਵੈਰ ਕਰਨ ਨਾਲ ਜਿਹੜੇ ਤੁਸੀਂ ਪਹਿਲਾਂ ਕਾਰਜ ਕੀਤੇ ਪੂਰਬ ਕਰੇ ਹੈ ਤੁਮ ਚਿੱਤ ਜਾਣ ਲੀਜੀਏ, ਕਿ ਵੈਰ ਕਰਕੇ ਸਾਡੇ ਨਾਲ ਵੈਰ ਕਰਕੇ ਸਾਡੇ ਨਾਲ ਵੈਰ ਕਮਾ ਕੇ ਝੂਠ ਫਰੇਬ ਕਰਕੇ ਜਿਹੜੇ ਤੂੰ ਪਹਿਲਾਂ ਕੰਮ ਕੀਤੇ ਆ ਉਹਨਾਂ ਨੂੰ ਆਪਣੇ ਚਿੱਤ ਵਿੱਚ ਪਹਿਲਾਂ ਚੰਗੀ ਤਰ੍ਹਾਂ ਜਾਣ ਲਵ। ਨਿਪਟ ਕਪ
ਲੈ ਬਿਹਿਤ। ਤੇ ਅਤੀ ਬਹੁਤ ਕਬਰ ਧਾਰ ਕੇ ਹਾਥੀ ਨੂੰ ਲੈਣ ਵਾਸਤੇ ਬਾਰ-ਬਾਰ ਪਠੇ ਨਰ ਨਿਰਾਧਾਰ ਕੀਜੀਏ, ਕਿ ਬਾਰ-ਬਾਰ ਤੂੰ ਆਪਣੇ ਆਦਮੀ ਮੇਰੇ ਕੋਲੇ ਭੇਜੇ ਆ। ਇਹਦਾ ਤੁਸੀਂ ਪਹਿਲਾਂ ਤੂੰ ਨਿਰਣਾ ਕਰਨਾ, ਤੂੰ ਆਦਮੀ ਭੇਜਦਾ ਵੀ ਰਿਹਾ ਸਾਡੇ ਨਾਲ ਮਿੱਠੇ ਪਿਆਰੇ ਬੋਲ ਬੋਲਣ ਵਾਸਤੇ, ਪਰ ਭੇਜਦਾ ਤੂੰ ਰਿਹਾ ਅੰਦਰ ਕਬਰ ਧਾਰ ਕੇ, ਫਰੇਬ ਕਰਕੇ ਵੀ ਹਾਥੀ ਇੱਕ ਵਾਰੀ ਲੈ ਲਈਏ ਤੇ ਦੁਬਾਰਾ ਫਿਰ ਮੋੜਾਂਗੇ ਨਹੀਂ। ਜੋ ਚੀਜ਼ਾਂ ਗੁਰੂ ਸਾਹਿਬ ਕੋਲੋਂ ਲੈ ਲਈਓ ਮੈਂ ਨਹੀਂ ਮੋੜਾਂਗਾ। ਇਹ ਤੂੰ ਸਾਡੇ ਨਾਲ ਕਪਟ ਕਰਦਾ ਰਿਹਾ ਤੇ ਸੋਚਦਾ ਵੀ ਰਿਹਾ ਕਿ ਜੇ ਅਸੀਂ ਮੰਗਾਂਗੇ ਤੇ ਫਿਰ ਮੈਂ ਜੰਗ ਕਰਾਂਗਾ, ਮੇਰੇ ਕੋਲੇ ਫੌਜ ਹੈ, ਮੇਰੇ ਕੋਲੇ ਤਾਕਤ ਹੈ। ਤੈਨੂੰ ਕਿਤਨਾ ਘਮੰਡ ਸੀ, ਹੰਕਾਰ ਸੀ। ਇਹ ਜਿਹੜਾ ਤੂੰ ਜਾਣ ਬੁੱਝ ਕੇ ਕੀਤਾ ਹੈ ਨਾ, ਉਹ ਕਬਟ ਜਿਹੜਾ ਤੂੰ ਚੰਗੀ ਤਰ੍ਹਾਂ ਵਿਚਾਰ ਲੈ ਇੱਕ ਵਾਰ। ਇਹ ਸਾਡੇ ਜੀਵਾਂ ਦੇ ਤਾਈਂ ਹਰ ਇੱਕ ਕਰਮ ਦਾ ਲੇਖਾ ਹੈ। ਜਿਸ ਕਰਮ ਦਾ ਸਾਨੂੰ ਪਤਾ ਹੋਵੇ ਕਿ ਜੋ ਕਰਮ ਅਸੀਂ ਕਰਦੇ ਹਾਂ ਉਹਦਾ ਸਾਨੂੰ ਗਿਆਨ ਹੋ ਜਾਵੇ ਕਿ ਇਹ ਮਾੜਾ ਕਰਮ ਹੈ ਜਾਂ ਚੰਗਾ ਕਰਮ ਹੈ। ਜਿਹੜਾ ਅਣਜਾਣੇ ਕਰਮ ਹੋ ਗਿਆ ਉਹ ਗੁਰੂ ਬਖਸ਼ ਦੇਵੇਗਾ, ਪਰ ਜਿਹੜਾ ਅਸੀਂ ਜਾਣ ਬੁੱਝ ਕੇ ਪਤਾ ਹੋਣ ਦੇ ਬਾਵਜੂਦ ਵੀ ਕੋਈ ਐਸਾ ਕਰਮ ਕਰੀਏ ਜਿਹੜਾ ਝੂਠ, ਫਰੇਬ, ਬੇਈਮਾਨੀ, ਠੱਗੀ, ਚੋਰੀ ਵਾਲਾ, ਈਰਖਾ ਵਾਲਾ, ਦਵੈਸ਼ ਵਾਲਾ ਹੋਵੇ ਤੇ ਸਾਨੂੰ ਪਤਾ ਹੋਵੇ ਇਹ ਕਰਮ ਹੈ, ਉਹ ਕਰਮ ਦਾ ਲੇਖਾ ਜ਼ਰੂਰ ਦੇਣਾ ਪਵੇਗਾ। ਉਹ ਕਰਮ ਤੋਂ ਕੋਈ ਵੀ ਜੀਵ ਕੈਸਾ ਵੀ, ਕੈਸੀ ਬੰਦਗੀ ਵਾਲਾ ਵੀ ਹੋਵੇ, ਠੀਕ ਹੈ, ਕਿਸੇ ਦੇ ਘਰ ਵਿੱਚ ਕੋਈ ਗਰੀਬੀ ਹੋਵੇ ਤੇ ਉਹਦੇ ਬਰਾਬਰ ਦਾ ਉਹਨੂੰ ਧਨ ਮਿਲ ਜਾਵੇ ਤਾਂ ਫਿਰ ਉਹ ਗਰੀਬੀ ਦਾ ਦੁੱਖ ਤਾਂ ਆਵੇਗਾ ਹੀ ਆਵੇਗਾ, ਪਰ ਉਹ ਧਨ ਬਰਾਬਰ ਦਾ ਹੋਣ ਕਰਕੇ ਉਹਨੂੰ ਪਤਾ ਨਹੀਂ ਲੱਗੇਗਾ ਕਿ ਗਰੀਬੀ ਆਈ ਹੈ। ਐਸਾ ਹੀ ਹੈ, ਕਰਮ ਜਿਸ ਜੀਵ ਨੇ ਕੀਤਾ ਉਹਨੂੰ ਭੁਗਤਣਾ ਪਵੇਗਾ, ਪਰ ਜੇ ਉਹਦੇ ਕੋਲੇ ਬੰਦਗੀ, ਭਜਨ, ਸਿਮਰਨ, ਸੇਵਾ, ਸ਼ਰਧਾ, ਪ੍ਰੇਮ ਹੈ ਤਾਂ ਉਹ ਹੋ ਸਕਦਾ ਉਹ ਕਰਮ ਦਾ ਦੁੱਖ ਗੁਰੂ ਰਹਿਮਤ ਕਰਕੇ ਉਹਨੂੰ ਪਤਾ ਨਾ ਲੱਗਣ ਦੇਵੇ, ਮਹਿਸੂਸ ਨਾ ਹੋਣ ਦੇਵੇ। ਮੰਡੀ ਸਕੇਤ ਦਾ ਰਾਜਾ ਗੁਰੂ ਸਾਹਿਬ ਜੀ ਦੇ ਹਜ਼ੂਰ ਗਿਆ, ਕਹਿਣ ਲੱਗਿਆ ਮਹਾਰਾਜ ਗੁਰਬਾਣੀ 'ਚ ਤੁਸੀਂ ਲਿਖਿਆ ਕਿ ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ, ਕਿ ਜੇ ਲੇਖ ਮਿਟ ਨਹੀਂ ਸਕਦਾ ਫਿਰ ਮਹਾਰਾਜ ਤੁਹਾਡੀ ਸੰਗਤ ਵਿੱਚ ਆਉਣ ਦਾ ਕੀ ਲਾਭ। ਮਹਾਰਾਜ ਕਹਿੰਦੇ ਅੱਛਾ। ਮਹਾਰਾਜ ਸੱਚੇ ਪਾਤਸ਼ਾਹ ਕੋਲ ਜਦੋਂ ਗਿਆ ਘਰ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਰਾਤ ਨੂੰ ਸੁਪਨਾ ਆਇਆ ਤੇ ਉਹ ਸੁਪਨੇ ਦੇ ਵਿੱਚ ਉਹ ਇੱਕ ਆਦਮੀ ਹੈ, ਉਹ ਪਹਿਲਾਂ ਰਾਜਾ ਸੀ, ਰਾਜੇ ਤੋਂ ਫਿਰ ਉਹਦਾ ਜਨਮ ਹੋਇਆ, ਬੜਾ ਗਰੀਬ ਹੋਇਆ, ਬੜਾ ਗਰੀਬੀ ਵਿੱਚ ਘੁਲ ਰਿਹਾ ਤੇ ਗਰੀਬ ਹੋ ਕੇ ਫਿਰ ਉਹਦੇ ਕਈ ਨਿਆਣੇ ਹੋ ਗਏ। ਗਰੀਬੀ ਵਿੱਚ ਹੀ ਜਦੋਂ ਨਿਆਣੇ ਹੋ ਗਏ ਉਹ ਖੂਹ ਦੀ ਮੌਣ ਤੇ ਪਿਆ ਤਾਂ ਜਦੋਂ ਉਹਨੂੰ ਰਾਤ ਨੂੰ ਸੁਪਨੇ ਦੇ ਵਿੱਚ ਦੇਖਿਆ ਉਹਨੇ ਵੀ ਇੰਨੀ ਗਰੀਬੀ, ਇੰਨਾ ਮੈਨੂੰ ਦੁੱਖ ਭੁਗਤਿਆ, ਮੈਂ ਰਾਜਾ ਸੀ, ਰਾਜੇ ਤੋਂ ਗਰੀਬ ਹੋ ਗਿਆ, ਨਿਆਣੇ ਹੋ ਗਏ, ਇੰਨਾ ਦੁੱਖ ਹੋ ਗਿਆ। ਉਹ ਸਾਰਾ ਸੁਪਨਾ ਉਹਨੇ ਦੇਖ ਲਿਆ ਤੇ ਜਦੋਂ ਇੱਕਦਮ ਜਾਗ ਆਈ ਤਾਂ ਡਰ ਗਿਆ ਵੀ ਇਹ ਕੀ ਹੋ ਗਿਆ ਮੇਰੇ ਨਾਲ, ਮੈਂ ਤੇ ਰਾਜਾ, ਆਹ ਕਿਆ ਮੈਂ ਦੇਖ ਲਿਆ, ਮੈਂ ਤੇ ਰਾਜਾ ਸੀ, ਇੰਨੀ ਗਰੀਬੀ ਵਿੱਚ ਮੈਂ ਕਿਵੇਂ ਜੀਵਨ ਬਤੀਤ ਕਰ ਰਿਹਾ। ਸਵੇਰੇ ਮਹਾਰਾਜ ਕੋਲੇ ਗਿਆ ਤੇ ਸਤਿਗੁਰੂ ਜੀ ਰਾਤ ਮੈਨੂੰ ਇਹ ਸੁਪਨਾ ਆਇਆ ਵੀ ਮੇਰਾ ਅਗਲਾ ਜਨਮ ਜਿਹੜਾ ਇੰਨੀ ਗਰੀਬੀ ਵਾਲਾ ਹੋਇਆ, ਆਹ ਕੁਛ ਹੋਇਆ ਮੇਰੇ ਨਾਲ। ਮਹਾਰਾਜ ਕਹਿੰਦੇ ਹਾਂ ਰਾਜਨ, ਜ਼ਰੂਰ ਹੋਣਾ ਸੀ ਜੇ ਸਾਡੀ ਸੰਗਤ ਵਿੱਚ ਨਾ ਆਉਂਦਾ, ਪਰ ਹੁਣ ਤੇਰਾ ਉਹ ਸਾਰੇ ਦਾ ਸਾਰਾ ਸੁਪਨੇ ਵਿੱਚ ਤੈਨੂੰ ਭੁਗਤਾ ਦਿੱਤਾ। ਹੋਏ ਹੋਣਾ ਸੀ ਜ਼ਰੂਰ, ਪਰ ਉਹ ਹੁਣ ਤੂੰ ਸੁਪਨੇ ਵਿੱਚ ਭੁਗਤ ਲਿਆ, ਸੁਪਨੇ ਵਿੱਚ ਨਿਪਟ ਗਿਆ। ਸਾਡੇ ਹਜ਼ੂਰ ਆਉਣ ਵਿੱਚ ਇਹ ਤੈਨੂੰ ਲਾਹਾ ਹੋਇਆ। ਕਰਮ ਜਿਹੜਾ ਕੀਤਾ ਉਹਦਾ ਲੇਖਾ ਦੇਣਾ ਪਵੇਗਾ। ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਆਉਣ ਨਾਲ ਸਤਿਗੁਰੂ ਰਹਿਮ ਕਰਕੇ ਉਹਨੂੰ, ਜਿਵੇਂ ਕੋਈ ਆਦਮੀ ਕੋਈ ਅਣਜਾਣ ਹੋਵੇ, ਇੱਕ ਜਾਣਕਾਰ ਹੋਵੇ, ਉਹ ਜੇ ਡੂੰਘੇ ਪਾਣੀ ਵਿੱਚ ਵੀ ਲੰਘਣਾ ਹੋਵੇ, ਉਹ ਜਾਣਕਾਰ ਉਹਦੀ ਉਂਗਲ ਫੜ ਕੇ ਉਹਨੂੰ ਬਚਾ ਕੇ ਉੱਥੋਂ ਲੰਘਾ ਕੇ ਲੈ ਜਾਂਦਾ ਪਾਰ। ਇਕੱਲਾ ਆਦਮੀ ਡੁੱਬ ਸਕਦਾ। ਐਸਾ ਹੀ ਸਤਿਗੁਰੂ ਇਹਨੂੰ ਦੁੱਖਾਂ ਵੇਲੇ ਦੀ ਉਂਗਲ ਫੜ ਕੇ ਆਪ ਲੰਘਾ ਦਿੰਦੇ, ਇਹਨੂੰ ਪਤਾ ਵੀ ਨਹੀਂ ਲੱਗਦਾ ਕਿ ਇੱਥੇ ਮੇਰਾ ਡੁੱਬਣ ਵਾਲਾ, ਜੀਵਨ ਹਾਰਨ ਵਾਲਾ ਸਮਾਂ ਸੀ। ਇਸ ਕਰਕੇ ਜੀਵਨ ਵਿੱਚ ਜੀਵਨ ਬਤੀਤ ਕਰਦਿਆਂ ਖਿਆਲ ਰੱਖੋ, ਜਿਹੜੇ ਅਸੀਂ ਕਰਮ ਕਰਦੇ ਹਾਂ ਉਹਦਾ ਲੇਖਾ ਅਸੀਂ ਦੇਣਾ। ਕੋਈ ਜਿਹੜਾ ਕਰਮ ਕਰਦਾ ਉਹਦਾ ਲੇਖਾ ਉਹਨੇ ਦੇਣਾ। ਕੋਈ ਕੀ ਕਰਦਾ ਕੀ ਨਹੀਂ ਕਰਦਾ ਉਹਦਾ ਫਿਕਰ ਆਪ ਨਾ ਕਰੋ। ਅਸੀਂ ਕੀ ਕਰਦੇ ਹਾਂ ਉਹਦਾ ਫਿਕਰ ਕਰੋ, ਉਹਦੀ ਚਿੰਤਾ ਕਰੋ ਕਿ ਅਸੀਂ ਆਪਣੇ ਕਰਮਾਂ ਨਾਲ ਨਿਬੜਨਾ, ਦੂਸਰੇ ਦੇ ਕਰਮਾਂ ਨਾਲ ਨਹੀਂ। ਉਹ ਚੰਗੇ ਕਰਦਾ, ਮਾੜੇ ਕਰਦਾ, ਉਹਦੇ ਲੇਖੇ ਵੀ
ਉਹਦੀ ਚਿੰਤਾ ਫਿਕਰ ਕਰਕੇ ਆਪਣੇ ਲੇਖੇ ਵਿੱਚ ਆਪਣੇ ਕਰਮ ਨਾ ਲਿਖੋ। ਮਹਾਂਪੁਰਖ ਕਹਿੰਦੇ ਸਨ ਕਿ ਕਿਸੇ ਦੇ ਖੇਤ ਵਿੱਚੋਂ ਤਿਣਕਾ ਉੱਡ ਕੇ ਹਵਾ ਨਾਲ ਸਾਡੇ ਖੇਤ ਵਿੱਚ ਆ ਜਾਵੇ, ਪਰ ਸਾਨੂੰ ਪਤਾ ਹੋਵੇ ਕਿ ਇਹ ਤਿਣਕਾ ਮਿੱਟੀ ਦਾ ਉੱਡ ਕੇ ਸਾਡੇ ਖੇਤ ਵਿੱਚ ਆਇਆ, ਕਹਿੰਦੇ ਉਹਦਾ ਵੀ ਲੇਖਾ ਦੇਣਾ ਪਊਗਾ, ਉਹਦਾ ਵੀ ਹਿਸਾਬ ਕਿਤਾਬ ਹੋਵੇਗਾ। ਕਿਉਂਕਿ ਸਾਨੂੰ ਪਤਾ ਹੈ ਉਸ ਕਰਮ ਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਭੀਮ ਚੰਦ ਨੂੰ ਕਹਿਣ ਲੱਗੇ, ਭੀਮ ਚੰਦ, ਜਿਹੜਾ ਤੂੰ ਇੰਨਾ ਕਪਟ ਧਾਰ ਕੇ ਹਾਥੀ ਨੂੰ ਲੈਣ ਵਾਸਤੇ ਬਾਰ-ਬਾਰ ਤੂੰ ਮਿੱਠੇ ਬੋਲ ਕੇ ਅੰਦਰੋਂ ਕਪਟ ਧਾਰ ਕੇ ਤੂੰ ਜਿਹੜਾ ਕਰਮ ਕਰਦਾ ਰਿਹਾ ਨਾ, ਪਹਿਲਾਂ ਤੂੰ ਉਹਨੂੰ ਚੰਗੀ ਤਰ੍ਹਾਂ ਵਿਚਾਰ ਲੈ, ਉਹਦਾ ਨਿਰਣਾ ਕਰ ਲੈ। ਛਾਰ ਮਾਰ ਦੇਸ਼ ਗਏ ਤਹਾਂ ਵੀ ਉਪਾਦ ਗਏ। ਕਹਿਣ ਲੱਗੇ ਫਿਰ ਛਾਰ ਮਾਰ ਦੇਸ਼, ਭਾਵ ਜਿਹੜਾ ਪੌਂਡਾ ਸਾਹਿਬ ਜੀ ਦੇ ਵੱਲ ਉਧਰ ਜਦੋਂ ਦੇਸ਼ ਅਸੀਂ ਚਲੇ ਗਏ ਸੀ, ਸਾਰੇ ਗਿਰ ਧਾਰਨ ਕੀ ਸੈਨਾ ਸੋ ਲਖੀਜਈ। ਉੱਥੇ ਵੀ ਤੂੰ ਸਾਡੇ ਨਾਲ ਝਗੜੇ ਕੀਤੇ ਹਨ, ਉੱਥੇ ਵੀ ਸਾਡੇ ਨਾਲ ਤੂੰ ਵਿਗਾੜ ਕਰ ਲਿਆ ਹੈ। ਤੁਮਰੇ ਗਰਭ ਬਹੁ ਭਾਇਨ ਕੋ ਭਇਓ ਔਰ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਉੱਥੇ ਵੀ ਜਿਹੜਾ ਤੂੰ ਪਹਾੜੀ ਰਾਜਿਆਂ ਨੂੰ ਨਾਲ ਲੈ ਕੇ ਸਾਡੇ ਨਾਲ ਕਲੇਸ਼ ਕਰਨ ਦਾ ਯਤਨ ਕੀਤਾ, ਜੰਗ ਕਰਨ ਦਾ ਯਤਨ ਕੀਤਾ। ਕਹਿਣ ਲੱਗੇ ਤੁਮਰੇ ਗਰਭ ਬਹੁ, ਕਿ ਤੇਰੇ ਹਿਰਦੇ ਵਿੱਚ ਬੜਾ ਹੰਕਾਰ ਸੀ ਆਪਣੇ ਭਰਾਵਾਂ ਦਾ, ਭਾਇਨ ਕੋ ਭਇਓ ਔਰ, ਤੇਰੇ ਹਿਰਦੇ ਵਿੱਚ ਆਪਣੇ ਭਰਾਵਾਂ ਦਾ, ਪਹਾੜੀ ਰਾਜਿਆਂ ਦਾ ਹੰਕਾਰ ਆ ਗਿਆ ਸੀ। ਹਮਰੇ ਸਹਾਇ ਸਕੇਤ ਕੋ ਜਨੀਜੀਏ, ਕਿ ਸਾਡਾ ਤਾਂ ਜਿਹੜਾ ਸਹਾਇਕ ਹੈ ਨਾ, ਸਾਡਾ ਤਾਂ ਜਿਹੜਾ ਆਸਰਾ ਹੈ ਉਹ ਸਕੇਤ ਵਾਹਿਗੁਰੂ ਪਰਮੇਸ਼ਰ ਹੈ, ਅਕਾਲ ਪੁਰਖ ਹੈ। ਤੂੰ ਆਪਣੇ ਭਰਾਵਾਂ ਦਾ, ਪਹਾੜੀ ਰਾਜਿਆਂ ਦਾ ਆਪਣੀ ਤਾਕਤ ਦਾ ਹੰਕਾਰ ਧਾਰਿਆ, ਉਹਨਾਂ ਦਾ ਆਸਰਾ ਲਿਆ, ਅਸੀਂ ਆਸਰਾ ਲਿਆ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ। ਸਾਡਾ ਸਹਾਇਕ ਹਮਰੇ ਸਹਾਇ ਅਸਕੇਤ ਕੋ ਜਨੀਜੀਏ। ਕਹਿਣ ਲੱਗੇ ਅਸੀਂ ਤਾਂ ਆਪਣਾ ਸਹਾਇਕ ਅਕਾਲ ਪੁਰਖ ਪਰਮੇਸ਼ਰ ਨੂੰ ਮੰਨਦੇ ਹਾਂ ਭੀਮ ਚੰਦ, ਉਹ ਤੋਂ ਬਜਾਏ ਸਾਡਾ ਕੋਈ ਸਹਾਇਕ ਨਹੀਂ। ਤੇਰੇ ਜਿਹੜੇ ਸਹਾਇਕ ਸੀ ਪਹਾੜੀ ਰਾਜੇ, ਉਹ ਵੀ ਚੜ ਕੇ ਆਏ, ਅਸੀਂ ਵੀ ਤੇਰਾ ਮੋੜਵਾਂ ਜਵਾਬ ਦਿੱਤਾ, ਤਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਡੀ ਸਹਾਇਤਾ ਕੀਤੀ, ਅਸੀਂ ਜੰਗ ਜਿੱਤ ਲਿਆ। ਤੇ ਤੇਰੇ ਜਿਹੜੇ ਸਹਾਇਕ ਸੀ ਤੁਸੀਂ ਹਾਰ ਗਏ। ਕਹਿੰਦੇ ਤੈਨੂੰ ਆਪਣੇ ਮੂੰਹ ਦੀ ਖਾਣੀ ਪਈ। ਅਕਾਲ ਪੁਰਖ ਪਰਮੇਸ਼ਰ ਨੇ ਐਸੀ ਕਲਾ ਵਰਤਾਈ, ਅਸੀਂ ਜੰਗ ਜਿੱਤ ਲਈ ਤੇ ਵੈਰੀਆਂ ਨੂੰ ਹਰਾ ਦਿੱਤਾ। ਕਹਿਣ ਲੱਗੇ ਇਸ ਕਰਕੇ ਅਸੀਂ ਫਿਰ ਵੀ ਆਪਣੀ ਮਾਲਕੀ ਵਾਲਾ ਜੱਦੀ ਸਥਾਨ ਇੱਥੇ ਆ ਕੇ ਸਾਂਭ ਲਿਆ, ਅਸੀਂ ਸੰਭਾਲ ਲਿਆ। ਕਹਿਣ ਲੱਗੇ ਭੀਮ ਚੰਦ, ਜਿਹੜੇ ਤੂੰ ਇਹ ਕਰਮ ਕੀਤੇ ਹਨ, ਪਹਿਲਾਂ ਉਹਨਾਂ ਨੂੰ ਚੰਗੀ ਤਰ੍ਹਾਂ ਵਿਚਾਰ ਲੈ। ਇਹ ਗੱਲ ਬੜੀ ਸਿੱਖਿਆ ਵਾਲੀ ਹੈ। ਗੁਰੂ ਸਾਹਿਬ ਜੀ ਕੋਲੇ ਜਦੋਂ ਅਸੀਂ ਆਉਂਦੇ ਹਾਂ ਨਾ, ਸਾਨੂੰ ਆਪਣੇ ਕੀਤੇ ਹੋਏ ਕਰਮ ਵਿਚਾਰਨੇ ਚਾਹੀਦੇ ਕਿ ਸਾਡੇ ਜੀਵਨ ਵਿੱਚ ਕਿਹੋ ਜਿਹੇ ਕਰਮ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਆਪਣੇ ਗਰੀਬਾਨ ਮੈਂ ਹੈ ਸਿਰ ਨੀਵਾ ਕਰ ਦੇ। ਜੀਵ ਦੀ ਇਹੀ ਵੱਡੀ ਗੱਲ ਹੈ ਕਿ ਇਹ ਆਪਣੇ ਆਪ ਨੂੰ ਨਹੀਂ ਦੇਖਦਾ। ਜੀਵ ਦੀ ਇਹੀ ਵੱਡੀ ਭੁੱਲ ਹੈ ਕਿ ਇਹ ਆਪਣੇ ਅੰਦਰ ਨਹੀਂ ਝਾਤੀ ਮਾਰਦਾ। ਇਹ ਅੱਖਾਂ ਦੇ ਨਾਲ ਮੀਲਾਂ ਦੂਰ ਤੱਕ ਦੇਖ ਸਕਦਾ, ਪਰ ਲੇਕਿਨ ਆਪਣੇ ਅੰਦਰ ਨਹੀਂ ਦੇਖ ਸਕਦਾ, ਕਿਉਂਕਿ ਅੰਦਰ ਦੇਖਣ ਦੀ ਇਹਦੀ ਆਦਤ ਨਹੀਂ, ਬਾਹਰ ਦੇਖਣ ਦੀ, ਦੂਜਿਆਂ ਨੂੰ ਦੇਖਣ ਦੀ ਆਦਤ ਹੈ। ਜੇ ਆਪਣੇ ਆਪ ਨੂੰ ਦੇਖਣ ਲੱਗ ਜਾਵੇ ਤਾਂ ਜੀਵਨ ਸੁਧਰਨਾ ਸ਼ੁਰੂ ਹੋ ਜਾਂਦਾ। ਜੇ ਆਪਣੇ ਆਪ ਨੂੰ ਇਹ ਸੁਧਾਰਨ ਦੇ ਯਤਨ ਕਰਨ ਲੱਗ ਜਾਵੇ, ਹੌਲੀ ਹੌਲੀ ਸੁਧਰਨਾ ਸ਼ੁਰੂ ਹੋ ਜਾਂਦਾ। ਕਿਤਨਾ ਮੈਲਾ ਕੱਪੜਾ ਹੋਵੇ, ਰੋਜ਼ ਯਤਨ ਕਰੋ ਉਹਨੂੰ ਧੋਣ ਦਾ, ਉਹਦੀ ਮੈਲ ਦੂਰ ਕਰਨ ਦਾ। ਹੌਲੀ ਹੌਲੀ ਕੋਈ ਐਸਾ ਦਿਨ ਆਉਂਦਾ ਹੈ, ਆਪਣੇ ਗਰੀਬਾਨ ਮੈਂ ਸਿਰ ਨੀਵਾ ਕਰ ਦੇ। ਜਿੰਨਾ ਚਿਰ ਇਹ ਸੋਚੀ ਨਹੀਂ ਆਉਂਦੀ ਕਿ ਪਹਿਲਾਂ ਮੈਂ ਆਪਣੇ ਆਪ ਨੂੰ ਦੇਖਣਾ ਹੈ, ਫਿਰ ਦੂਜੇ ਨੂੰ ਦੇਖਣਾ ਹੈ, ਤੇ ਉਹਨਾਂ ਚਿਰ ਇਹਦੇ ਅੰਦਰ ਦੀ ਮੈਲ ਦੂਰ ਨਹੀਂ ਹੋ ਸਕਦੀ। ਮੈਲ ਜਨਮਾਂ ਦੀ ਅੰਦਰ ਹੈ, ਉਹ ਨਹੀਂ ਦੇਖਦਾ। ਦੂਜਿਆਂ ਦੇ ਬਾਹਰੀ ਔਗਣ ਦੇਖੀ ਜਾਂਦਾ ਹੈ, ਤੇ ਉਹ ਔਗਣ ਜਿਹੜੇ ਸਾਡੇ ਅੰਦਰ ਵੀ ਪੈਦਾ ਹੁੰਦੇ। ਮੈਂ ਇੱਕ ਦਿਨ ਮਹਾਂਪੁਰਖਾਂ ਦਾ ਕੋਈ ਬਚਨ ਯਾਦ ਕਰਦਾ ਸੀ। ਮਹਾਂਪੁਰਖ ਇੱਕ ਵਾਰ ਕਹਿਣ ਲੱਗੇ, ਕਾਫੀ ਭਚੰਗੀ ਸਿੰਘ ਸੰਥਿਆ ਪੜ੍ਹਦੇ ਸਨ ਬੈਠੇ, ਕਹਿਣ ਲੱਗੇ ਆਹ ਜਿਹੜੀ ਪੰਕਤੀ ਜਦੋਂ ਕਥਾ ਪੜ੍ਹਦੇ ਹੋਏ ਤੇ ਇਹ ਸ਼ਬਦ ਆਇਆ ਨਾ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਕਹਿਣ ਲੱਗੇ ਇਹਦੇ ਕੀ ਅਰਥ ਹੈ ਵੀ? ਤੇ ਉਹ ਜਿਹੜੇ ਅਰਥ ਪੜ੍ਹਾਏ ਵੀ ਜੋ ਵਾਹਿਗੁਰੂ ਪਰਮੇਸ਼ਰ ਕੋਲੋਂ ਇਹ ਜੀ ਮੰਗਦਾ ਉਹ ਵੀ ਉਹਨੂੰ ਮਿਲ ਜਾਂਦਾ। ਕਹਿਣ ਲੱਗੇ ਹਾਂ, ਜੇ ਕਿਸੇ ਦੀ ਤੁਸੀਂ ਮਦਦ ਕਰਨੀ ਹੋਵੇ,
ਤੁਹਾਡੇ ਕੋਲੇ ਧਨ ਹੋਵੇਗਾ ਫੇਰ ਹੀ ਕਿਸੇ ਦੀ ਮਦਦ ਕਰੋਗੇ। ਸਾਰੇ ਕਹਿਣ ਲੱਗੇ ਹਾਂਜੀ ਕਰਾਂ, ਫੇਰ ਹੀ ਹੋਊਗੀ। ਧਨ ਆਪਣੀ ਜੇਬ ਵਿੱਚ। ਕਹਿਣ ਲੱਗੇ ਜੇ ਕਿਸੇ ਨੂੰ ਤੁਸੀਂ ਦੁੱਖ ਦੇਣਾ ਹੋਵੇ ਤਾਂ ਜੇ ਤੁਹਾਡੇ ਕੋਲੇ ਦੁੱਖ ਹੋਊ ਤਾਂ ਫੇਰ ਹੀ ਕਿਸੇ ਨੂੰ ਦੇਵਾਂਗੇ। ਵਾਹਿਗੁਰੂ ਪਰਮੇਸ਼ਰ ਕੋਲੋਂ ਜਦੋਂ ਅਸੀਂ ਕੋਈ ਕਿਸੇ ਦੇ ਲਈ ਈਰਖਾਵਸ ਹੋ ਕੇ ਕੁਝ ਮੰਗਦੇ ਆ ਨਾ ਕਿ ਫਲਾਣੇ ਨੂੰ ਆਹ ਹੋਣਾ ਚਾਹੀਦਾ, ਉਹ ਦੁਖੀ ਹੋਣਾ ਚਾਹੀਦਾ, ਉਹਦੇ ਨਾਲੋਂ ਪਹਿਲਾਂ ਉਹ ਵਸਤੂ ਤੁਹਾਨੂੰ ਮਿਲੇਗੀ, ਫਿਰ ਉਹਦੇ ਦੂਜੇ ਕੋਲੇ ਜਾਣੀ ਹੈ। ਤੁਸੀਂ ਸਰਬੱਤ ਦਾ ਭਲਾ ਮੰਗੋ, ਤੁਹਾਨੂੰ ਪਹਿਲਾਂ ਭਲਾ ਪ੍ਰਾਪਤ ਹੋਵੇਗਾ, ਫਿਰ ਦੂਜਿਆਂ ਦਾ ਹੋਵੇ। ਜੇ ਕਿਸੇ ਵਾਸਤੇ ਤੁਸੀਂ ਦੁੱਖ ਮਨ ਵਿੱਚ ਸੋਚੋਗੇ ਤਾਂ ਉਹ ਦੁੱਖ ਪਹਿਲਾਂ ਤੁਹਾਡੇ ਕੋਲੇ ਆਉਣਾ ਹੈ, ਫਿਰ ਦੂਜੇ ਕੋਲੇ ਜਾਵੇਗਾ। ਪਹਿਲਾਂ ਤੁਹਾਨੂੰ ਦੁਖੀ ਹੋਣਾ ਪੈਣਾ, ਫਿਰ ਦੂਜਾ ਦੁਖੀ ਹੋਵੇਗਾ। ਕਿਉਂ? ਜਦੋਂ ਤੁਹਾਡਾ ਅੰਦਰ ਦੁਖੀ ਹੋਣਾ ਆਪੇ ਦੂਜਾ ਦੁਖੀ ਲੱਗਣ ਲੱਗ ਜਾਣਾ ਤੁਹਾਨੂੰ। ਜੇ ਤੁਸੀਂ ਸੁਖੀਏ ਕੋ ਵੇਖੈ ਸਭ ਸੁਖੀਆ, ਰੋਗੀ ਕਾ ਭਾਣਾ ਸਭ ਰੋਗੀ। ਜਿਹੜਾ ਸੁਖੀ ਆ ਉਹਨੂੰ ਸਾਰੇ ਸੁਖੀ ਦਿਸਦੇ, ਜਿਹੜਾ ਰੋਗੀ ਉਹਨੂੰ ਸਾਰੇ ਰੋਗੀ ਦਿਸਦੇ। ਸੋ ਮਹਾਰਾਜ ਕਹਿਣ ਲੱਗੇ ਵੀ ਇਸ ਕਰਕੇ ਅਸੀਂ ਖਿਆਲ ਰੱਖੋ, ਆਪਣਾ ਭਲਾ ਮੰਗੋਗੇ ਤੇ ਦੂਸਰਾ ਵੀ ਭਲਾ ਹੋਵੇਗਾ। ਤੁਹਾਡੀ ਝੋਲੀ 'ਚ ਵੀ ਸਤਿਗੁਰੂ ਭਲਾ ਪਾ ਦੇਣਗੇ, ਸੁੱਖ ਪਾ ਦੇਣਗੇ। ਸੋ ਇਸ ਕਰਕੇ ਅਸੀਂ ਖਿਆਲ ਰੱਖਣਾ ਚਾਹੀਦਾ। ਗੁਰੂ ਕੋਲੇ ਆ ਕੇ ਆਪਣੇ ਕਰਮਾਂ ਨੂੰ, ਕੀ ਸਾਡੇ ਕਰਮ ਹਨ ਉਹਨਾਂ ਦਾ ਨਿਰਣਾ ਕਰਨਾ ਚਾਹੀਦਾ। ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਹੈ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰੋਜ਼ ਵਿਚਾਰ ਕਰੋ। ਅਸੀਂ ਸਾਰੇ ਵਿਚਾਰ ਕਰਦੇ ਹਾਂ ਘਾਟੇ ਵਾਧੇ ਲਾਹੇ ਦੀ, ਪਰ ਆਪਣੇ ਜੀਵਨ ਵਿੱਚ ਕੀ ਲਾਹਾ ਕੀ ਘਾਟਾ ਇਹਦਾ ਨਹੀਂ ਵਿਚਾਰ ਕਰਦੇ। 24,000 ਸਵਾਸ ਰੋਜ਼ ਦਾ ਚਲੇ ਜਾਂਦਾ ਜੀਵ ਦਾ, ਸਾਡਾ ਆਪਣਾ ਸਾਰਿਆਂ ਦਾ ਕਦੇ ਨਹੀਂ ਖਿਆਲ ਕਰਦੇ। ਉਮਰ ਸਾਡੀ ਕਿਤਨੀ ਲੰਘ ਗਈ, ਕੀ ਖੱਟਿਆ ਕੀ ਗਵਾਇਆ, ਸਾਡੇ ਅੰਦਰ ਦੀ ਹਾਲਤ ਕਿਹੋ ਜਿਹੀ, ਸਾਡੀ ਸੁਰਤ ਦੀ ਹਾਲਤ ਕਿਹੋ ਜਿਹੀ, ਸਾਡੇ ਮਨ ਦੀ ਹਾਲਤ ਕਿਹੋ ਜਿਹੀ, ਸਾਡੇ ਅੱਖਾਂ ਦੀ, ਕੰਨਾਂ ਦੀ, ਜ਼ੁਬਾਨ ਦੀ, ਸਾਡੇ ਕਰਮ ਇੰਦਰੀ, ਗਿਆਨ ਇੰਦਰੀਆਂ ਦੀ ਹਾਲਤ ਕਿਹੋ ਜਿਹੀ ਹੈ, ਨਹੀਂ ਜੀ ਖਿਆਲ ਕਰਦਾ। ਸਾਨੂੰ ਸਾਡੇ ਸਰੀਰ ਦੇ, ਸਾਡੇ ਸੁਰਤ ਦੇ, ਸਾਡੇ ਮਨ ਦੇ ਰੋਗਾਂ ਦਾ ਖਿਆਲ ਰੱਖਣਾ ਚਾਹੀਦਾ। ਸਰੀਰ ਦੇ ਰੋਗਾਂ ਦਾ ਅਸੀਂ ਸਾਰੇ ਖਿਆਲ ਰੱਖਦੇ, ਸਰੀਰ ਦੇ ਰੋਗਾਂ ਦੀਆਂ ਦਵਾਈਆਂ ਦਾ ਕਿੰਨਾ ਯਤਨ ਕਰਦੇ, ਡਾਕਟਰਾਂ ਕੋਲ ਜਾਂਦੇ, ਪਰ ਜਿਹੜਾ ਸਾਡੇ ਗਿਆਨ ਇੰਦਰੀ, ਕਰਮ ਇੰਦਰੀ, ਮਨ, ਬੁੱਧ, ਚਿੱਤ, ਇਹਨਾਂ ਦੇ ਜਿਹੜੇ ਰੋਗ ਹੈ, ਇਹਨਾਂ ਦੇ ਡਾਕਟਰ ਕੋਲੇ ਵੀ ਸਾਨੂੰ ਜਾਣਾ ਚਾਹੀਦਾ। ਗੁਰੂ ਕੋਲੇ ਜਾ ਕੇ ਦੱਸਣਾ ਚਾਹੀਦਾ। ਜਿਵੇਂ ਡਾਕਟਰ ਕੋਲੇ ਜਾ ਕੇ ਦੱਸਦੇ ਨਾ ਕਿ ਸਾਡੇ ਸਰੀਰ ਨੂੰ ਆਹ ਰੋਗ ਹੈ, ਫਟ ਸਾਨੂੰ ਪਤਾ ਲੱਗ ਜਾਂਦਾ ਮੇਰੇ ਸਰੀਰ ਨੂੰ ਕੀ ਖਰਾਬੀ ਹੋ ਰਹੀ, ਕਿਹੜਾ ਰੋਗ ਚਿੰਬੜ ਰਿਹਾ। ਪਰ ਸਤਿਗੁਰੂ ਕੋਲੇ ਆ ਕੇ ਮਨ ਦੇ ਰੋਗਾਂ ਦਾ ਜੀਵ ਨਹੀਂ ਜ਼ਿਕਰ ਕਰਦਾ, ਨਹੀਂ ਅਰਦਾਸ ਕਰਦਾ। ਸਤਿਗੁਰੂ ਮੇਰੇ ਮਨ ਨੂੰ ਇਹ ਰੋਗ ਹੈ, ਮੇਰੀ ਸੁਰਤ ਨੂੰ ਇਹ ਰੋਗ ਹੈ, ਮੇਰੀ ਜ਼ੁਬਾਨ ਨੂੰ, ਮੇਰੀਆਂ ਅੱਖਾਂ ਨੂੰ, ਮੇਰੇ ਕੰਨਾਂ ਨੂੰ ਇਹ ਰੋਗ ਹੈ। ਇਹ ਰੋਗ ਮੇਰੇ ਕੰਨਾਂ ਦਾ, ਮੇਰੇ ਅੱਖਾਂ ਦਾ, ਮੇਰੀਆਂ ਦਾ, ਮੇਰੀ ਜ਼ੁਬਾਨ ਦਾ, ਜ਼ੁਬਾਨ ਨੂੰ ਨਿੰਦਿਆ ਦਾ, ਰਸ ਦਾ ਰੋਗ ਹੈ। ਸਤਿਗੁਰੂ ਰਹਿਮ ਕਰੋ। ਮੇਰੇ ਕੰਨਾਂ ਨੂੰ ਨਿੰਦਿਆ ਸੁਣਨ ਦਾ ਰੋਗ ਹੈ। ਸਤਿਗੁਰੂ ਜੀ ਰਹਿਮ ਕਰੋ। ਮੇਰੀਆਂ ਅੱਖਾਂ ਨੂੰ ਪਰਾਇਆ ਧਨ, ਪਰਾਇਆ ਰੂਪ, ਹੋਰ ਬੇਅੰਤ ਤਰ੍ਹਾਂ ਦੇ ਈਰਖਾ ਦੇ ਐਸੇ ਮਨ ਨੂੰ, ਸੁਰਤ ਨੂੰ ਰੋਗ ਹੈ। ਨਹੀਂ ਅਰਦਾਸ ਕਰਦਾ ਜੀ, ਇਹਨਾਂ ਰੋਗਾਂ ਦੇ ਵਿੱਚ ਫਸਿਆ ਹੋਇਆ ਜੀਵਨ ਦਾ ਗਵਾ ਲੈਂਦਾ ਆਪਣਾ, ਪਰ ਲੇਕਿਨ ਅਰਦਾਸ ਨਹੀਂ ਕਰਦਾ ਇਹ ਰੋਗਾਂ ਦੀ ਦਵਾਈ ਵਾਸਤੇ। ਮੇਰਾ ਵੈਦ ਗੁਰੂ ਗੋਬਿੰਦਾ। ਸਤਿਗੁਰੂ ਸੱਚੇ ਪਾਤਸ਼ਾਹ ਸਾਰੇ ਰੋਗਾਂ ਦਾ ਵੈਦ ਹੈ, ਸਾਨੂੰ ਦਵਾਈ ਦੇ ਕੇ ਬਖਸ਼ ਸਕਦਾ ਹੈ, ਪਰ ਅਸੀਂ ਨਹੀਂ ਅਰਦਾਸ ਕਰਦੇ ਸਤਿਗੁਰੂ ਕੋਲੇ ਆਪਦੇ ਰੋਗ ਗਵਾਉਣ ਵਾਸਤੇ। ਸਤਿਗੁਰੂ ਰਹਿਮ ਕਰੇ, ਇਸ ਜੀਵ ਨੂੰ ਆਪਾਂ ਸਾਰੇ ਹਾਂ, ਸਾਨੂੰ ਸੋਝੀ ਬਖਸ਼ੇ। ਅਸੀਂ ਗੁਰੂ ਕੋਲੇ ਆ ਕੇ ਆਪਣੇ ਰੋਗ ਜਿਹੜੇ ਮਨ, ਬੁੱਧ, ਚਿੱਤ ਦੇ ਰੋਗ ਆ ਉਹਨਾਂ ਦੀ ਅਰਦਾਸ ਕਰੀਏ। ਤਾਂ ਸਤਿਗੁਰੂ ਭੀਮ ਚੰਦ ਰਾਜੇ ਨੂੰ ਕਹਿੰਦੇ, ਰਾਜਨ ਤੂੰ ਜਿਹੜੇ ਇਹ ਕਰਮ ਕੀਤੇ ਆ ਉਹਨਾਂ ਨੂੰ ਨਿਰਣਾ ਕਰ ਲੈ, ਪਹਿਲਾਂ ਚੰਗੀ ਤਰ੍ਹਾਂ ਵਿਚਾਰ ਲੈ, ਫਿਰ ਤੈਨੂੰ ਇੱਥੇ ਬਖਸ਼ਾਂਗੇ। ਗੁਰੂ ਕੋਲੇ ਆ ਕੇ ਵੀ ਅਸੀਂ ਆਪਣੇ ਕਰਮਾਂ ਦਾ ਨਿਰਣਾ ਕਰਾਂਗੇ ਤਾਂ ਗੁਰੂ ਕੋਲੇ ਆ ਕੇ ਦੱਸਾਂਗੇ, ਗੁਰੂ ਸਾਨੂੰ ਬਖਸ਼ ਦੇਵੇਗਾ। ਸਤਿਗੁਰੂ ਜੀ ਦਾ ਪਾਵਨ ਗੁਰ ਇਤਿਹਾਸ ਸਾਡੇ ਹਿਰਦੇ ਵਿੱਚ ਵਸੇ, ਜਿਸ ਕਰਕੇ ਲੋਕ ਸੁਖੀ ਪਰਲੋਕ ਸਹੇਲੇ ਹੋਣ। ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਬਖਸ਼ਣੀ ਜੀ। ਸਾਰ ਮੋਰ ਦੇਸ਼ ਗਏ ਤਹਾਂ
पाद कहे सारे गिर धारन की सैना सो लखीजिए तो मेरे गर्भ बोह पाए न को भयो और हमारे सहाय असकेत को जनीजिए। वाहिगुरु जी का खालसा वाहिगुरु जी की फतेह। वाहिगुरु 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 वाहिगुरु। बोलो सारे भाई वाहिगुरु 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 वाहिगुरु। ਉੱਚੀ ਬੋਲੋ ਸਾਰੇ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦਿ।
ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸਿੱਖੀ ਮਨ ਵਜੀਆ ਵਾਧਾਈਆ ਰਾਗ